ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਮੌਜੂਦ ਨੇ। ਗੱਲਬਾਤ ਦੀ ਜਿਹੜਾ ਵਿਸ਼ਾ ਆ ਉਹ ਪੰਜਾਬ ਦੇ ਬਜਟ ਤੋਂ ਹੋਏਗਾ। ਵੱਖ-ਵੱਖ ਅੰਸ਼ ਉਹਦੇ ਉੱਤੇ ਵਿਚਾਰੇ ਜਾਣਗੇ। ਸਵਾਗਤ ਹੈ ਤੁਹਾਡਾ ਹਮੀਰ ਸਿੰਘ ਜੀ। ਜੀ ਸ਼ੁਕਰੀਆ। ਧੰਨਵਾਦ। ਹਮੀਰ ਸਿੰਘ ਜੀ, ਸਭ ਤੋਂ ਪਹਿਲੀ ਗੱਲ ਜਿਹੜੀ ਹੈ ਬਜਟ ਨੂੰ ਲੈ ਕੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਚਰਚਾ ਕਿ ਸਾਰਿਆਂ ਨੂੰ ਚਲੋ ਖੁਸ਼ ਤਾਂ ਨਹੀਂ ਕੀਤਾ ਜਾ ਸਕਦਾ, ਪਰ ਸਰਕਾਰ ਜਿਹੜੀਆਂ ਗਰੰਟੀਆਂ ਦਿੰਦੀ ਸੀ ਉਹਨਾਂ ਗਰੰਟੀਆਂ ਤੇ ਖਰਾ ਨਹੀਂ ਉਤਰਿਆ ਗਿਆ। ਕੁਝ ਗਰੰਟੀਆਂ ਇਹੋ ਜਿਹੀਆਂ ਨੇ ਜਿਹੜੀਆਂ ਭਾਵੇਂ ਲੋਕਾਂ ਨੇ ਨਹੀਂ ਮੰਗੀਆਂ ਪਰ ਸਰਕਾਰ ਨੇ ਦੇ ਦਿੱਤੀਆਂ, ਜਿਵੇਂ 1000 ਰੁਪਏ ਦੀ ਗੱਲ ਹੋਈ ਕਿ ਅਸੀਂ ਦਿਆਂਗੇ। ਬਾਕੀ ਹੋਰ ਵੀ ਓਵਰਆਲ ਬੜੀਆਂ ਇਹੋ ਜਿਹੀਆਂ ਜਿਹੜੀਆਂ ਸਕੀਮਾਂ ਨੇ ਜਿਹੜੀਆਂ ਸਰਕਾਰ ਨੇ ਐਲਾਨੀਆਂ, ਜਿਨ੍ਹਾਂ ਵਾਸਤੇ ਲੋਕਾਂ ਨੇ ਮੰਗ ਤਾਂ ਨਹੀਂ ਸੀ ਕੀਤੀ, ਪਰ ਫਿਰ ਵੀ ਖਜ਼ਾਨੇ ਤੇ ਤਾਂ ਬੋਝ ਪੈਂਦਾ ਆ। ਨਾ ਕੋਈ ਇਹੋ ਜਿਹੀ ਗੱਲ ਹੋ ਰਹੀ ਹੈ ਕਿ ਖਜ਼ਾਨੇ ਤੋਂ ਬੋਝ ਕਿਸ ਤਰ੍ਹਾਂ ਘਟੇਗਾ, ਕਿਸ ਤਰ੍ਹਾਂ ਜਿਹੜਾ 3.25 ਲੱਖ ਕਰੋੜ ਦਾ ਕਰਜ਼ਾ ਚੜਿਆ ਪੰਜਾਬ ਦੇ ਸਿਰ ਤੇ ਉਹ ਕਿੱਦਾਂ ਲਾਉਣਾ। ਹਾਂ ਬਿਲਕੁਲ। ਪਹਿਲੀ ਗੱਲ ਤਾਂ ਇਹ ਹੁੰਦਾ ਕਿ ਬਜਟ ਦਾ ਆਪਣਾ ਇੱਕ ਦ੍ਰਿਸ਼ਟੀਕੋਣ ਹੁੰਦਾ ਕਿ ਅਸੀਂ ਅਰਥ ਵਿਵਸਥਾ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ। ਸਾਡੇ ਉਹ ਕਿਹੜੇ ਕਦਮ ਨੇ ਜਿਹੜੇ ਕਦਮਾਂ ਨਾਲ ਲੋਕਾਂ ਨੂੰ ਇਹ ਅਹਿਸਾਸ ਹੋਵੇ ਕਿ ਉਸ ਪਾਸੇ ਉਹ ਜਿਹੜਾ ਵਿੱਤ ਮੰਤਰੀ ਨੇ ਦਿੱਤਾ ਹੈ ਆਪਣੇ ਵੱਲੋਂ। ਵਿੱਤ ਮੰਤਰੀ ਦੇ ਭਾਸ਼ਣ ਦਾ ਪਹਿਲਾ ਹਿੱਸਾ ਇਹੀ ਹੈ ਕਿ ਪੰਜਾਬ ਦੀਵਾਲੀਆ ਹੋਣ ਦੀ ਕਗਾਰ ਤੇ ਹੈ। ਦੀਵਾਲੀਆ ਹੋਣ ਦੀ ਕਗਾਰ ਤੇ ਉਹਨਾਂ ਨੇ ਕਿਵੇਂ ਕਿਹਾ ਕਿ 1,55,000 ਕਰੋੜ ਦਾ ਲਗਭਗ ਮਤਲਬ ਟੋਟਲ ਖਰਚਾ ਹੈ ਸਾਡਾ, ਤੇ ਉਹਦੇ ਚੋਂ ਜਿਹੜਾ ਮਾਲੀ ਖਰਚਾ ਹੈ, ਜਿਹੜਾ ਰੈਵਨਿਊ ਦਾ ਆਏਗਾ ਉਹ 1,07,000 ਕਰੋੜ ਦੇ ਸਮਥਿੰਗ ਹੈ। ਪਰ ਜਿਹੜੀ ਰੈਵਨਿਊ ਆਏਗਾ ਸਰਕਾਰ ਨੂੰ ਮਾਲੀਆ ਸਾਰੇ ਸੋਰਸਾਂ ਤੋਂ, ਚਾਹੇ ਉਹ ਕੇਂਦਰ ਦੀਆਂ ਗ੍ਰਾਂਟਾਂ ਤੋਂ, ਚਾਹੇ ਹਿੱਸੇ ਚੋਂ, ਚਾਹੇ ਇਹਨਾਂ ਤੋਂ ਆਪਣਾ, ਉਹ ਹੈ ਸਾਰਾ 95,000 ਕਰੋੜ ਨੇੜੇ। ਤੇ ਉਹ 95,000 ਕਰੋੜ ਦੇ ਨੇੜੇ ਤੇੜੇ ਹੈ। ਤੇ ਉਹਦੇ ਵਿੱਚੋਂ ਵੀ 66,440 ਕਰੋੜ ਰੁਪਇਆ, ਆਲਮੋਸਟ 66% ਉਹ ਤਨਖਾਹਾਂ ਤੇ ਜਿਹੜੀ ਸੈਲਰੀ ਕਮਿਟਡ ਐਕਸਪੈਂਡੀਚਰ, ਜਿਹੜੀ ਸਬਸਿਡੀ ਪਲੱਸ ਕਰਜ਼ੇ ਦੇ ਵਿਆਜ ਤੇ ਨਿਕਲ ਜਾਣਾ। ਔਰ ਇਹ ਵੀ ਕਿਹਾ ਗਿਆ ਕਿ ਨਾਲ ਅਸਲ ਦੇ ਵਿੱਚ ਐਤਕੀ ਪਿਛਲੇ 5 ਸਾਲ ਜਿਹੜੀ ਮਿਲਦੀ ਰਹੀ ਹੈ GST ਦਾ ਜਿਹੜਾ ਇੱਕ ਮੁਆਵਜ਼ਾ ਮਿਲਦਾ ਰਿਹਾ ਕਿ ਜੇ ਤੁਹਾਡਾ ਮਾਲੀਆ ਨਹੀਂ ਉਹਨਾਂ ਇਕੱਠਾ ਹੁੰਦਾ, ਉਹ 14 ਤੋਂ 15,000 ਕਰੋੜ ਰੁਪਏ ਹੈ। ਐਤਕੀ ਤੋਂ ਬੰਦ ਹੋ ਜਾਣਾ 30 ਜੂਨ ਤੱਕ, ਬਸ ਉਹ ਸੀ 1 ਜੁਲਾਈ ਤੋਂ ਨਹੀਂ ਮਿਲਣਾ ਪੰਜਾਬ। ਉਹ ਪੈਸੇ ਦਾ ਘਾਟਾ ਵੀ ਇੱਕ ਲਗਾਤਾਰ ਪਏਗਾ। ਔਰ ਇਹਦੇ ਨਾਲ ਨਾਲ ਅਗਲਾ ਜਿਹੜਾ ਸਵਾਲ ਉਹਨਾਂ ਦੇ ਕੋਲ ਹੈ ਕਿ 2,63,000 ਕਰੋੜ ਰੁਪਇਆ ਕਰਜ਼ਾ ਸਾਡਾ ਆਪਦੇ ਸਿਰ ਹੈ, 55,000 ਕਰੋੜ ਰੁਪਇਆ ਬੋਰਡਾਂ ਤੇ ਕਾਰਪੋਰੇਸ਼ਨਾਂ ਸਿਰ ਹੈ, ਜਿਹਦਾ 22,500 ਕਰੋੜ ਰੁਪਏ ਦੇ ਕਰੀਬ ਇਹਨਾਂ ਨੇ ਗਰੰਟੀ ਦਿੱਤੀ ਹੋਈ ਹੈ। ਤੇ ਇਹ 3,18,000 ਕਰੋੜ ਰੁਪਏ ਦੇ ਤਕਰੀਬ ਤਾਂ ਇਹ ਕਰਜ਼ਾ ਜਿਹੜਾ ਹੈ, ਔਰ ਉਸੇ ਚੋਂ ਇਹ ਨਸੀਹਤ ਮਤਲਬ ਸਿੱਖਿਆ ਮਿਲ ਰਹੀ ਹੈ ਔਰ ਉਸੇ ਚੋਂ ਇਹ ਅਨੁਮਾਨ ਲਗਾ ਰਿਹਾ ਹੈ ਕਿ ਜਿਹੜਾ 2,63,000 ਕਰੋੜ ਦਾ ਕਰਜ਼ਾ ਸਾਡੇ ਸਿਰ, ਉਹ ਇਸ ਸਾਲ ਦੇ ਅੰਤ ਤੱਕ, ਵਿੱਤੀ ਸਾਲ ਦੇ ਅੰਤ ਤੱਕ 2,82,000 ਕਰੋੜ ਰੁਪਇਆ ਹੋ ਜਾਣ ਦੀ ਉਮੀਦ ਹੈ। ਉਹ ਕਰਜ਼ਾ ਵੀ, ਇਹਦਾ ਮਤਲਬ ਹੋਰ ਕਰਜ਼ਾ ਲੈਣਾ ਪਊ ਕਰਜ਼ਾ ਮੋੜਨ ਦੇ ਵਾਸਤੇ ਵੀ। ਤਾਂ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਤੇ ਖਰਚ ਅਸੀਂ ਦਿਖਾ ਰਹੇ ਹਾਂ, ਤੇ ਜੇ ਕਰਜ਼ਾ ਹੋਰ ਲਗਾਤਾਰ ਵੱਧਦਾ ਜਾਊਗਾ, ਔਰ ਵਿੱਤ ਮੰਤਰੀ ਨੇ ਕਿਹਾ ਕਿ ਸਾਡੀ ਜਿਹੜੀ ਕੁੱਲ ਘਰੇਲੂ ਪੈਦਾਵਾਰ ਉਹਦਾ 45.23% ਹੋ ਗਿਆ। ਇਹ ਰਿਜ਼ਰਵ ਬੈਂਕ ਨੇ ਵੀ 4 ਦਿਨ ਪਹਿਲਾਂ ਇਹ ਕਿਹਾ ਸੀਗਾ ਕਿ ਪੰਜਾਬ ਬਹੁਤ ਖਤਰਨਾਕ ਉਹਦੇ ਚੋਂ ਲੰਘ ਰਿਹਾ ਹੈ, ਮਤਲਬ ਦੌਰ ਚੋਂ, ਆਰਥਿਕ ਤੌਰ ਤੇ, ਵਿੱਤੀ ਤੌਰ ਤੇ। ਹੁਣ ਇਹਦੇ ਚ ਦੋ ਚੀਜ਼ਾਂ ਨੇ, ਨਾ ਤਾਂ ਇਹ ਸਮਝ ਆਈ ਹੈ ਜਾਂ ਇਹ ਕੋਈ ਦੱਸਿਆ ਗਿਆ ਕਿ ਅਗਲੇ ਸਾਲ ਅਸੀਂ ਐ ਰੈਵਨਿਊ ਵਧਾਵਾਂਗੇ। ਆਪਾਂ ਰੈਵਨਿਊ ਵਧਾਉਣ ਦੇ ਨਾਂ ਤੇ ਇੱਕ ਚੀਜ਼ ਕੀਤੀ ਗਈ ਹੈ, ਇੱਕ ਤਾਂ ਵੀ ਇੱਕ ਪੈਨਸ਼ਨ ਦਾ ਅਸੀਂ ਲਾਗੂ ਕਰਾਂਗੇ, ਉਹਦੇ ਚ 19 ਕਰੋੜ ਰੁਪਇਆ ਬਚਣਾ, ਇਹ ਗੱਲ ਦੱਸੀ ਗਈ ਹੈ। ਠੀਕ ਹੈ, 19 ਕਰੋੜ ਬਚਤ ਵੀ ਠੀਕ ਬਚਤ ਹੈ ਜਿੰਨੀ ਕੁ ਹੋਏਗੀ। ਦੂਜਾ, ਗਵਰਨਮੈਂਟ ਕੋਲ ਦੋ ਹੀ ਵਸੀਲੇ ਨੇ। ਇੱਕ ਵਸੀਲਾ ਆਬਕਾਰੀ ਪਾਲਿਸੀ ਦਾ, ਜਿਹਦੇ ਚੋਂ ਇਹਨਾਂ ਨੇ ਕਿਹਾ 9600 ਕਰੋੜ ਰੁਪਏ ਆਏਗਾ। ਆ ਸਾਰੇ 95,000 ਕਰੋੜ ਦੇ ਵਿੱਚ ਨੇ ਇਹ ਅੰਦਾਜ਼ੇ। ਪਰ ਉਹ ਆਬਕਾਰੀ ਪਾਲਿਸੀ ਜਿਹੜੀ ਬਣਾਈ ਹੈ ਉਹਦੇ ਖਿਲਾਫ ਠੇਕੇਦਾਰ ਹੜਤਾਲ ਤੇ ਨੇ, ਅਜੇ ਤੱਕ ਬੋਲੀਆਂ ਦੇਣ ਲਈ ਤਿਆਰ ਨਹੀਂ ਹੈ। ਉਹ ਚੋਂ ਵੀ ਉਹਨਾਂ ਆਏਗਾ ਨਹੀਂ ਆਏਗਾ ਅਜੇ ਤੱਕ ਕੋਈ ਗਰੰਟੀ ਨਹੀਂ ਹੈ, ਮਤਲਬ ਪੂਰਾ ਨਹੀਂ ਹੈ ਕਿ ਹਾਂ ਜੀ ਉਹ ਉਵੇਂ ਲਾਗੂ ਹੋ ਸਕੇਗੀ ਜਾਂ ਨਹੀਂ ਹੋ ਸਕੇਗੀ। ਔਰ ਅਗਲੀ ਗੱਲ, ਇੱਕ ਰੇਤ ਮਾਫੀਏ ਦੀ ਗੱਲ ਬਾਰ-ਬਾਰ ਚੱਲੀ ਸੀ ਕਿ ਅਸੀਂ ਰੇਤ ਤੋਂ ਕਮਾਵਾਂਗੇ। ਉਹਦਾ ਜ਼ਿਕਰ ਇਸ ਲੈਵਲ ਤੇ ਹੈ ਨਹੀਂ ਕਿ ਅਸੀਂ ਕਿੰਨਾ ਪੈਸਾ ਉਹ ਚੋਂ ਲੈ ਸਕਦੇ ਹਾਂ, ਕੀ ਤਬਦੀਲੀ ਕਰ ਰਹੇ ਹਾਂ, ਕੀ ਸਾਡੇ ਸਾਹਮਣੇ ਹੈ। ਜਾਂ ਫਿਰ ਲਾ ਪਾ ਕੇ ਬਸ ਉਹ ਜਿਹੜਾ ਡੀਜ਼ਲ ਪੈਟਰੋਲ ਬੈਟ ਆ ਰਿਹਾ, ਉਹ ਲਗਾਤਾਰ ਜੋ ਪਹਿਲਾਂ ਆ ਰਿਹਾ ਉਸੇ ਰੇਸ਼ੋ ਚ ਹੁਣ ਵੀ ਉਹਨਾਂ ਕੁ ਆਉਂਦਾ ਜਾਊਗਾ। ਇਹ ਸਾਡੇ ਕੋਲ ਵਸੀਲੇ ਨੇ ਜਿਨ੍ਹਾਂ ਤੋਂ ਅਸੀਂ ਪੈਸੇ ਹਾਸਲ ਕਰਨੇ ਸੀ। ਜਾਂ ਫਿਰ ਤੁਸੀਂ ਜਿਹੜੇ ਪਹਿਲਾਂ ਵਾਲੇ, ਜਿਹੜੇ ਤੁਸੀਂ ਕਹਿ ਰਹੇ ਸੀ ਨਜਾਇਜ਼ ਖਰਚੇ ਹੋ ਰਹੇ ਨੇ, ਉਹਨਾਂ ਨੂੰ ਰੋਕਾਂਗੇ। ਉਹ ਕਿਹੜੇ ਨਜਾਇਜ਼ ਖਰਚੇ ਹੋ ਰਹੇ ਨੇ? ਵਿੱਤ ਮੰਤਰੀ ਨੇ ਦੱਸਿਆ ਵੀ ਇੱਥੇ ਨਜਾਇਜ਼ ਹੋ ਰਹੇ ਨੇ, ਇੱਥੋਂ ਅਸੀਂ ਕਟੌਤੀ ਕਰ ਲਈ, ਇੱਥੇ ਕਟੌਤੀ ਹੋਰ ਕਰਾਂਗੇ।
ਇਹ ਕੋਈ ਵਿਆਖਿਆ ਨਜ਼ਰ ਨਹੀਂ ਆਈ ਕਿਸੇ ਵੀ ਰੂਪ ਦੇ ਵਿੱਚ ਉਸ ਮਾਮਲੇ 'ਚ। ਜਿਵੇਂ ਉਹ ਪਹਿਲਾਂ ਕਹਿੰਦੇ ਹੁੰਦੇ ਸੀਗੇ ਜਦੋਂ ਸਰਕਾਰ ਨਹੀਂ ਸੀ ਬਣੀ, ਉਹ ਇਹ ਕਹਿੰਦੇ ਹੁੰਦੇ ਸੀ ਵੀ ਕਰਪਸ਼ਨ ਬਹੁਤ ਹੈ ਜੀ, ਇੱਥੇ ਤਾਂ ਜੇ 1 ਲੱਖ ਕਰੋੜ ਸਾਡੀ ਆਮਦਨ ਹੈ ਤਾਂ ਲਗਭਗ 1 ਲੱਖ ਮਤਲਬ 50,000 ਕਰੋੜ ਦੇ ਕਰੀਬ ਵਿੱਚ ਕਰਪਸ਼ਨ ਵੀ ਹੈ, ਅਸੀਂ ਉਹ ਬੰਦ ਕਰ ਦਾਂਗੇ, ਸਾਨੂੰ ਉਹਦੇ ਚੋਂ 30-40 ਹਜ਼ਾਰ ਕਰੋੜ ਰੁਪਏ ਆ ਜਾਊਗਾ, ਬਾਕੀ ਚੀਜ਼ਾਂ ਉਹਦੇ ਨਾਲ ਠੀਕ ਕਰ ਲਾਂਗੇ। ਇਹ ਤਰੀਕਾ ਸੀ। ਹੁਣ ਇਸ ਬਜਟ 'ਚ ਇਹ ਵੀ ਨਹੀਂ ਦੱਸਿਆ ਗਿਆ ਕਿ ਜੇ ਇੰਨੀ ਕਰਪਸ਼ਨ ਰੋਕਦੀ ਹੈ, ਜਿਹਦੇ 'ਚ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਅਸੀਂ ਕਰਪਸ਼ਨ ਰੋਕਤੀ, ਤਾਂ ਰੁਕੀ ਹੋਈ ਕਰਪਸ਼ਨ ਨਾਲ ਸਾਡਾ ਰੈਵਨਿਊ ਕਿੰਨਾ ਵਧੇ, ਕੀ ਹੋਰ ਵਾਧਾ ਕਾਫੀ ਹੋ ਗਿਆ ਜਾਂ ਨਹੀਂ ਹੋ ਗਿਆ। ਮਤਲਬ ਇਹਦੇ 'ਚ ਇਹ ਅਜੇ ਕਨਫਿਊਜ਼ਨ ਹੈ ਸਾਰੇ ਇਸ ਮਾਮਲੇ 'ਚ, ਜਿਹੜਾ ਅਰਥ ਵਿਵਸਥਾ ਦਾ ਦ੍ਰਿਸ਼ਟੀਕੋਣ ਦਾ ਮਾਮਲਾ ਹੈ ਕਿ ਅਸੀਂ ਕਿੱਧਰ ਸਟੈਪ ਉਠਾ ਰਹੇ ਹਾਂ, ਕਿਹੜੇ ਸਟੈਪ ਟਾਈਟ ਕਰ ਰਹੇ ਹਾਂ, ਕਿਵੇਂ ਅਸੀਂ ਰੈਵਨਿਊ ਨੂੰ ਹੋਰ ਵਧਾਉਣਾ ਹੈ। ਇਹਦੇ 'ਚ ਅਜੇ ਖਾਕਾ ਕੋਈ ਬਹੁਤ ਵੱਡਾ ਨਜ਼ਰ ਨਹੀਂ ਆਇਆ ਕਿਸੇ ਟਾਈਪ ਦਾ ਹੋਰ ਉਸ ਲਈ। ਇੱਕ ਤਾਂ ਇਹ ਪਹਿਲੂ ਹੈ ਜਿਹੜਾ ਬਜਟ ਜੀ। ਦੂਜਾ ਪਹਿਲੂ ਫਿਰ ਇਹ ਹੈ ਕਿ ਜਿਹੜਾ ਤੁਸੀਂ ਵਾਅਦੇ ਕਰਦੇ ਹੋ, ਗਰੰਟੀਆਂ ਦੇ ਰੂਪ 'ਚ ਵਾਅਦੇ ਕੀਤੇ। ਇੱਕ ਗੱਲ ਉਹਨਾਂ ਨੇ ਕੀਤੀ ਹੈ ਕਿ ਬਿਜਲੀ ਅਸੀਂ 301 ਜੁਲਾਈ ਤੋਂ 300 ਯੂਨਿਟ ਦੇ ਰਹੇ ਹਾਂ, ਪਰ ਰੌਲਾ ਉਹਦੇ ਵਿੱਚ ਵੀ ਅਜੇ ਖੜਾ ਹੋਇਆ। ਰੌਲਾ ਇਹ ਖੜਾ ਹੋਇਆ ਉਹਦੇ ਵਿੱਚ ਕਿ ਅਜੇ ਤੱਕ ਬਿਜਲੀ ਵਿਭਾਗ ਨੂੰ ਕੁਝ ਨਹੀਂ ਪਤਾ ਕਿ ਹਕੀਕਤ 'ਚ ਨੋਟੀਫਿਕੇਸ਼ਨ ਕੀ ਹੋਣਾ। ਜਿਹੜਾ ਐਲਾਨ ਕੱਲ ਵੀ ਵਿੱਤ ਮੰਤਰੀ ਨੇ ਕੀਤਾ, ਉਹ ਕਹਿੰਦਾ ਵੀ ਅਸੀਂ ਸਾਰੇ ਪੰਜਾਬ ਦੇ ਜਿੰਨੇ ਪੂਰੇ ਘਰੇਲੂ ਬਿਜਲੀ ਵਾਲੇ ਨੇ ਉਹਨਾਂ ਨੂੰ 300 ਯੂਨਿਟ ਫ੍ਰੀ ਦੇ ਰਹੇ। ਜਿਹੜੀ ਡਿਬੇਟ ਚੱਲ ਰਹੀ ਆ ਉਹਦਾ ਮਤਲਬ ਇਹ ਹੈ ਕਿ ਜਿਹੜਾ ਇੱਕ ਪਹਿਲਾਂ ਤੋਂ ਹੀ ਇਹ ਵਿਵਾਦ ਚੱਲ ਰਿਹਾ ਜਿਹਦਾ ਕੋਈ ਅਜੇ ਕਲੈਰਿਟੀ ਨਹੀਂ ਹੈ ਕਿ ਕੀ ਜਿਹਦੇ 300 ਯੂਨਿਟ ਤੋਂ 301 2 4 ਯੂਨਿਟ ਹੋ ਗਏ ਉਹਨਾਂ ਨੂੰ ਪੂਰਾ ਬਿੱਲ ਭਰਨਾ ਪਏਗਾ ਜਾਂ ਕੇਵਲ ਉੱਪਰਲਾ ਬਿੱਲ ਭਰਨਾ ਪਏਗਾ। ਔਰ ਜਿਹੜੀ ਸਰਕਾਰ ਦੇ ਅੰਦਰ ਚਰਚਾ ਇੰਨੀ ਹੋ ਹੈ ਕਿ ਜਿਹੜੇ ਬੰਦੇ ਤਾਂ 1 ਕਿਲੋਵਾਟ ਤੋਂ ਉੱਪਰ ਵਾਲੇ ਲੋਡ ਵਾਲੇ ਨੇ, ਉਹਨਾਂ ਸਾਰੇ ਬੰਦਿਆਂ ਨੂੰ ਜੇ 300 ਯੂਨਿਟ ਤੋਂ ਵੱਧ ਬਣ ਗਿਆ ਤਾਂ ਸਾਰਾ ਬਿੱਲ ਭਰਨਾ ਪਊਗਾ। ਇਹ ਕਲੈਰਿਟੀ ਹੋਣੀ ਚਾਹੀਦੀ ਸੀ ਬਜਟ ਦੇ ਵਿੱਚ ਕਿ ਉਹ ਨਹੀਂ ਹੈ। ਹਜੇ ਨੋਟੀਫਿਕੇਸ਼ਨ ਤੋਂ ਪਤਾ ਲੱਗੇਗਾ ਅਸਲ ਦੇ ਵਿੱਚ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਸ਼ਡਿਊਲ ਕਾਸਟ, ਬੈਕਵਰਡ ਕਲਾਸ ਤੇ BPL, ਜੇ ਉਹਨਾਂ ਦਾ 1 ਕਿਲੋਵਾਟ ਦਾ ਲੋਡ ਹੈ, ਜੇ ਉਹਨਾਂ ਦੀ 300 ਵਾਟ ਤੋਂ ਉੱਪਰ ਹੋ ਜਾਂਦੀ ਹੈ, ਮਤਲਬ 300 ਯੂਨਿਟਾਂ ਤੋਂ, ਤਾਂ ਉਹਨਾਂ ਕੱਲਿਆਂ ਨੂੰ 300 ਯੂਨਿਟ ਭਰਨਾ ਪਏਗਾ, ਮਤਲਬ ਮਾਫ ਹੈ ਫਿਰ ਵੀ, ਤੇ ਕੇਵਲ ਉੱਪਰਲਾ ਭਰਨਾ ਪਏਗਾ। ਇਹ ਉਹਦੀ ਵਿਆਖਿਆ ਜਿਹੜੀ ਅੰਦਰੋਂ ਅਫਸਰਾਂ ਦੇ ਕੋਲ ਹੈ, ਹਜੇ ਨੋਟੀਫਿਕੇਸ਼ਨ ਨਹੀਂ। ਹੁਣ ਉਹਨਾਂ ਦਾ ਮੰਨਣਾ ਇਹ ਹੈ ਆਫੀਸਰ ਜਿਹਦਾ ਕਿ ਤੁਸੀਂ ਬਿਜਲੀ ਸਬਸਿਡੀ ਦੇ ਪੈਸਾ ਰੱਖਿਆ 15,850 ਕਰੋੜ ਦੇ ਕਰੀਬ, 854 ਕਰੋੜ ਰੁਪਇਆ। ਹੁਣ ਉਹਦੇ ਚੋਂ 6900 ਕਰੋੜ ਦੇ ਲਗਭਗ ਤਾਂ ਹੈਗਾ ਖੇਤੀ ਦੀ ਬਿਜਲੀ ਦੀ ਸਬਸਿਡੀ, 2300 ਕਰੋੜ ਰੁਪਏ ਤੋਂ ਜ਼ਿਆਦਾ ਹੈਗਾ ਉਦਯੋਗ ਦੀ ਬਿਜਲੀ ਜਿਹੜੀ ਸਬਸਿਡੀ, ਤੇ ਬਾਕੀ ਬਚਦੀ ਹੈ ਡੋਮੈਸਟਿਕ ਜਿਹੜੀ ਤੁਸੀਂ ਕਹਿ ਰਹੇ ਹੋ। ਉਹਨਾਂ ਦਾ ਇਹ ਮੰਨਣਾ ਹੈ ਕਿ ਜੇਕਰ ਐਵੇਂ ਹੀ ਫ੍ਰੀ ਆਹੀ ਫਾਰਮੂਲਾ ਲਾਗੂ ਹੋਇਆ ਨੋਟੀਫਿਕੇਸ਼ਨ 'ਚ ਤਾਂ ਇਹ ਬਿਜਲੀ ਦੀ ਕਾਸਟ 3-4 ਹਜ਼ਾਰ ਕਰੋੜ ਰੁਪਈਆ ਹੋਰ ਵੱਧ ਸਕਦੀ, ਤੇ ਉਹ ਫਿਰ ਕਿੱਥੋਂ ਆਏਗਾ? ਇਹ ਗੱਲ ਨਹੀਂ ਕੀਤੀ ਗਈ। ਤੇ ਨਾਲ ਦੀ ਨਾਲ ਇਹ ਵੀ ਗੱਲ ਨਹੀਂ ਕੀਤੀ ਗਈ ਕਿ ਜਿਹੜਾ ਬਕਾਇਆ ਸਬਸਿਡੀ ਦਾ ਨਹੀਂ ਦਿੱਤਾ ਗਿਆ ਅਜੇ ਪੰਜਾਬ ਸਰਕਾਰ ਨੇ ਪਾਵਰਕਾਮ ਨੂੰ, ਉਹ 8,500 ਕਰੋੜ ਰੁਪਇਆ ਬਣਦਾ, 8500 ਕਰੋੜ। ਉਹਦਾ ਬਜਟ 'ਚ ਕੋਈ ਜ਼ਿਕਰ ਨਹੀਂ ਵੀ ਉਹ ਦੇਣਾ ਵੀ ਹੈ ਆਪਾਂ ਜਾਂ ਨਹੀਂ ਦੇਣਾ। ਜੇ ਉਹ ਦੇਣਾ ਹੈ ਤਾਂ ਇਹਦਾ ਮਤਲਬ ਉਹ ਫਿਰ 8,500 ਕਰੋੜ ਰੁਪਇਆ ਆਊਗਾ ਕਿੱਥੋਂ? ਪਹਿਲਾਂ ਹੀ 12,830 ਕਰੋੜ ਘਾਟੇ ਦਾ ਬਜਟ ਹੈ, ਉਹ ਵੀ ਪੂਰਾ ਕਰਨਾ ਕਿਤੋਂ ਕਰਜ਼ਾ ਲੈ ਕੇ। 8,000 ਕਰੋੜ 3 ਮਹੀਨਿਆਂ 'ਚ ਕਰਜ਼ਾ ਲੈ ਚੁੱਕੀ ਹੈ ਗਵਰਨਮੈਂਟ, ਤਾਂ ਫਿਰ ਕਰਜ਼ੇ ਤੇ ਕਿਸ ਲੈਵਲ ਦਾ? ਉਸ ਲੈਵਲ ਦਾ। ਔਰ ਇਹ ਇੱਕ ਬਿਜਲੀ ਵਾਲਾ ਮਾਮਲਾ ਵੀ ਅਜੇ ਵਿੱਚ ਇਸ ਟਾਈਪ ਦਾ ਉਲਝਿਆ, ਇਹ ਗਰੰਟੀ ਸੀ। ਤੇ ਉਦੋਂ ਅਗਲੀ ਗਰੰਟੀ ਦਾ ਜਿਹੜਾ ਸਵਾਲ ਸੀ ਉਹ ਹੈ, ਚਾਹੇ ਉਹ ਨੋਮੀਨਲ ਗੱਲ ਐਵੇਂ ਸੀ, ਬੀਬੀਆਂ ਦੀ 18 ਸਾਲ ਤੋਂ ਉੱਪਰ ਅਸੀਂ 1000 ਰੁਪਇਆ ਦੇਵਾਂਗੇ। ਔਰ ਜੈਂਡਰ ਬਜਟ ਦੀ ਗੱਲ ਤਾਂ ਕੀਤੀ ਹੈ ਵਿੱਤ ਮੰਤਰੀ ਨੇ, ਪਰ ਉਹਦੇ 'ਚ ਉਹ ਲਾਗੂ ਨਾ ਕਰਕੇ ਉਹ ਬਹੁਤ ਚਰਚਾ ਹੈ, ਔਰਤਾਂ ਚਰਚਾ ਹੈ ਕਿ ਸਾਨੂੰ ਤਾਂ ਕੁਛ ਨਹੀਂ ਦਿੱਤਾ, ਸਾਨੂੰ ਤਾਂ ਕੁਛ ਨਹੀਂ ਦਿੱਤਾ, ਕੱਲੀ ਗੱਲ ਹੈ। ਪਰ ਜੇ ਉਹ ਦਿੰਦੇ ਤਾਂ ਉਹ 12-13 ਹਜ਼ਾਰ ਕਰੋੜ ਰੁਪਇਆ ਬਣਦਾ ਸੀ, ਉਹ ਕਿੱਥੋਂ ਆਉਂਦਾ? ਪੈਸੇ ਦੀ ਬੜੀ ਕਸਤਾਲੀ ਹੈ, ਤੁਰੰਤ ਨਹੀਂ ਦਿੱਤਾ ਜਾ ਸਕਦਾ ਉਸ ਪੱਧਰ ਦੇ ਉੱਤੇ। ਇਸੇ ਤਰ੍ਹਾਂ ਖੇਤੀ ਦਾ ਸਵਾਲ ਹੈ। ਖੇਤੀ ਇੱਕ ਬਹੁਤ ਬੜਾ ਸੈਕਟਰ ਹੈ ਪੰਜਾਬ ਦਾ, ਜਿਹਨੂੰ ਉਸ ਲੈਵਲ ਤੇ ਗੱਲ ਨਹੀਂ ਕੀਤੀ ਜਾ ਸਕਦੀ। ਤੁਸੀਂ ਉਹਦੇ ਲਈ 11,560 ਕਰੋੜ ਰੁਪਇਆ ਰੱਖਿਆ। ਉਹ 11,560 ਕਰੋੜ ਦੇ ਵਿੱਚ ਜਿਹੜੀ 7,000 ਕਰੋੜ ਤਾਂ ਸਬਸਿਡੀ ਗਈ ਜੀ, ਜਿਹੜੀ ਬਿਜਲੀ ਦੀ ਸਬਸਿਡੀ ਹੈ। 14-1500 ਕਰੋੜ ਰੁਪਇਆ ਤੁਸੀਂ ਕਹਿ ਰਹੇ ਹੋ ਕਿ ਅਸੀਂ ਜਿਹੜਾ 66 ਕਰੋੜ ਰੁਪਇਆ ਅਸੀਂ ਜਿਹੜੀ ਮੂੰਗੀ ਖਰੀਦਦੀ ਆ ਉਹ ਵੀ ਵਿੱਚ ਪਾ ਲਿਆ। ਤੇ ਫਿਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਡਾਇਰੈਕਟ ਸੋਇੰਗ ਤੇ ਦਿੱਤਾ, ਦੇਣ ਦੀ ਗੱਲ ਕੀਤੀ ਹੈ 1500 ਰੁਪਏ ਪਰ ਏਕੜ, ਵਿੱਚ ਉਹ ਵੀ ਪਾ ਲਿਆ। 14-1500 ਕਰੋੜ ਰੁਪਇਆ ਉਹ ਹੋ ਗਿਆ, ਤੇ ਲਗਭਗ 2000 ਕਰੋੜ ਦੇ ਨੇੜੇ ਸਾਰਾ ਜਿਹੜਾ ਮਾਮਲਾ ਉਹ ਕੱਢ ਦੋ ਉਹਦੇ ਚੋਂ। ਬਾਕੀ ਕਿੰਨਾ ਬਚਦਾ? 2500-2600 ਕਰੋੜ ਸਾਰਾ ਖੇਤੀ ਤੇ। ਉਹਦੇ ਵਿੱਚ ਵੀ
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਟੋਟਲ ਸੈਲਰੀ ਤੇ ਪੈਨਸ਼ਨ ਹੈ 300 ਕਰੋੜ ਰੁਪਇਆ। ਉਹਦੇ ਵਿੱਚ ਵੀ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਦੀ ਸੈਲਰੀ ਹੈ 190 ਕਰੋੜ ਰੁਪਏ ਦੇ ਲਗਭਗ, ਉਹ ਸਾਰਾ ਵੀ ਉਹਦੇ ਚੋਂ ਕੱਢਣਾ। ਤਾਂ ਫਿਰ ਬਾਕੀ ਬਚਦਾ ਕੀ ਹੈ? ਤੇ ਇਸੇ ਕਰਕੇ ਖੇਤੀ ਦੇ ਵਿੱਚ ਜਿਹੜਾ ਇੱਕ ਵੱਡਾ ਮੁੱਦਾ ਕਿਸਾਨੀ ਦਾ, ਕਰਜ਼ੇ ਦਾ ਮੁੱਦਾ ਅਮਰਿੰਦਰ ਗਵਰਨਮੈਂਟ ਵੇਲੇ ਵੀ ਵੱਡਾ ਮੁੱਦਾ ਸੀ ਤੇ ਅੱਜ ਵੀ ਹੈ, ਉਹਦਾ ਜ਼ਿਕਰ ਤੱਕ ਵੀ ਨਾ ਕਰਨਾ। ਤੇ ਫਿਰ ਕਰਜ਼ੇ ਕਾਰਨ ਜਿਹੜਾ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਸਰਵੇ ਕੀਤਾ ਹੈ, ਉਹਦੇ ਵਿੱਚ ਜਿਹੜੇ ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਨੇ ਕਰਜ਼ੇ ਦੇ ਬੋਝ ਕਾਰਨ, ਉਹਨਾਂ ਦਾ ਜਿਹੜਾ ਰਾਹਤ ਪੈਕੇਜ ਹੈ ਇੱਕ ਪਹਿਲਾਂ ਅਨਾਉਂਸ ਕੀਤਾ ਗਿਆ, ਨਵਾਂ ਛੱਡ ਦਿਓ, ਨਵਾਂ ਕੀ ਕਰਨਾ ਸੀ ਰਹਿਣ ਵੀ ਦਿਓ, ਉਹ ਲਗਾਤਾਰ ਜਾਰੀ ਰਹੂਗਾ ਜਾਂ ਨਹੀਂ ਰਹੂਗਾ? 3 ਲੱਖ ਰੁਪਇਆ ਰਾਹਤ ਮਿਲੂਗੀ ਪਰਿਵਾਰ ਨੂੰ ਜਾਂ ਨਹੀਂ ਮਿਲੂਗੀ? ਬਾਕੀ ਦੀਆਂ ਚੀਜ਼ਾਂ 'ਚ ਕੀ ਕੀਤਾ ਜਾਏਗਾ? ਇੱਥੇ ਬਜਟ ਖਾਮੋਸ਼ ਹੈ ਟੋਟਲੀ, ਮਤਲਬ ਕੁਝ ਨਹੀਂ ਬੋਲਿਆ। ਉਹ ਪਰਿਵਾਰ ਕੀ ਸਮਝਣ ਕਿ ਇਸ ਲੈਵਲ ਦੇ ਉੱਤੇ? ਔਰ ਲਗਭਗ 9298 ਖੁਦਕਸ਼ੀਆਂ ਮਤਲਬ ਆ ਪਿਛਲੇ 6 ਜ਼ਿਲ੍ਹਿਆਂ ਦੀਆਂ ਆਈਆਂ ਨੇ ਜਿਹੜੀਆਂ 2018 ਤੱਕ ਵੀ ਨੇ, ਉਦੋਂ ਅਗਲੀਆਂ ਗੱਲਾਂ ਛੱਡ ਵੀ ਦਿਓ। ਤੇ ਉਹਦੇ ਵਿੱਚੋਂ ਵੀ 88% ਕਰਜ਼ੇ ਦੇ ਬੋਝ ਕਰਕੇ ਹੈ। ਇਹ ਪੀਏਯੂ ਦਾ ਆਪਣਾ ਲੇਟੈਸਟ ਸੀਗਾ ਸਰਵੇ ਜਿਹੜਾ ਥੋੜੇ ਦਿਨ ਪਹਿਲਾਂ ਅਖਬਾਰਾਂ 'ਚ ਵੀ ਛਪਿਆ। ਔਰ ਵਿੱਚ ਮਜ਼ਦੂਰ ਵੀ ਲਗਭਗ ਬਰਾਬਰ ਦੀ ਗਿਣਤੀ ਦੇ ਵਿੱਚ ਉਸ ਪੱਧਰ ਦੇ ਉੱਤੇ ਨੇ। ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਤੁਸੀਂ ਕਮੇਟੀਆਂ ਬਣਾਈਆਂ ਹੋਈਆਂ ਨੇ, ਉਹਨਾਂ ਕੋਲ ਅਰਜ਼ੀਆਂ ਪੈਂਡਿੰਗ ਪਈਆਂ ਨੇ, ਤੇ ਉਹ ਅਰਜ਼ੀਆਂ ਤੇ ਜੇ ਪੈਸਾ ਨਹੀਂ ਆਊਗਾ, ਜੇ ਪਹਿਲਾਂ ਤਾਂ ਉਹਨਾਂ ਨੂੰ ਰੱਦ ਕਰੀ ਜਾਂਦੇ ਨੇ ਅਲੱਗ-ਅਲੱਗ ਕਾਰਨਾਂ ਕਰਕੇ, ਕਦੇ ਕੋਈ ਢੁੱਚੜ ਡਾਤੀ, ਕਦੇ ਕੋਈ ਢੁੱਚੜ ਡਾਤੀ। ਪਰ ਜਿਹਦਾ ਪਾਸ ਵੀ ਹੁੰਦਾ ਉਹਨੂੰ ਵੀ ਪੈਸਾ ਤਾਂ ਮਿਲੂਗਾ ਜੇ ਬਜਟ 'ਚ ਪੈਸਾ ਰੱਖਿਆ ਜਾਊ, ਜੇ ਉਹਨਾਂ ਕੋਲ ਜਾਊਗਾ। ਇਹਦੇ ਬਾਰੇ ਵੀ ਕੋਈ ਗੱਲ, ਜਿਹੜਾ ਇੱਕ ਬੜਾ ਵੱਡਾ ਸੈਕਸ਼ਨ ਹੈ, ਨਹੀਂ ਹੋਈ। ਔਰ ਮਜ਼ਦੂਰ ਵੀ ਇੱਕ ਗੱਲ ਕਰਦੇ ਨੇ ਕਿ ਠੀਕ ਹੈ ਤੁਸੀਂ ਡਾਇਰੈਕਟ ਸੋਇੰਗ ਵਾਸਤੇ ਪਾਣੀ ਬਚਾਉਣ ਦੀ ਗੱਲ ਕੀਤੀ, ਠੀਕ ਗੱਲ ਹੈ ਕਿ ਮਤਲਬ ਕਿਸਾਨਾਂ ਨੂੰ ਤਾਂ 1500 ਕਰੋੜ ਰੁਪਏ 1500 ਰੁਪਏ ਏਕੜ ਦੇਤਾ, ਔਰ ਉਹਦੇ ਨਾਲ ਜਿਹੜੇ ਝੋਨਾ ਲਵਾਈ ਲਈ ਮਜ਼ਦੂਰੀ ਵਿਹਲੀ ਹੋਈ, ਮਜ਼ਦੂਰ ਵਿਹਲਾ ਹੋਇਆ, ਤਾਂ ਮਜ਼ਦੂਰ ਨੂੰ ਨਵੇਂ ਕਿਤੇ ਕੋਈ ਰੁਜ਼ਗਾਰ ਕਿੱਥੇ ਮਿਲੇ? ਨਾ ਤਾਂ ਉਹਦਾ ਕੋਈ ਉਪਬੰਧ ਕੀਤਾ ਗਿਆ, ਤੇ ਜਾਂ ਫਿਰ ਜੇ ਉਹਦੀ ਰੁਜ਼ਗਾਰ ਚਲਾ ਗਿਆ ਇਸ ਚੱਕਰ ਦੇ ਵਿੱਚ, ਤਾਂ ਉਹਨੂੰ ਕਿਵੇਂ ਕੰਪਨਸੇਟ ਕਰਨਾ ਹੈ, ਉਹਨੂੰ ਕਿਵੇਂ ਉਹਦਾ ਚੁੱਲ੍ਹਾ ਚਲਾਉਣਾ ਹੈ, ਉਹਦੇ ਤੇ ਵੀ ਕੋਈ ਗੱਲ ਨਹੀਂ ਹੈ ਉਸ ਪੱਧਰ ਦੀ। ਕਿਉਂਕਿ ਅਸੀਂ ਲੋਕਾਂ ਦੀ ਜਨਰਲੀ ਗੱਲ ਕਰਦੇ ਹਾਂ, ਜਿਹੜਾ ਉਹ ਸਾਰਾ ਮਾਮਲਾ। ਔਰ ਇਸੇ ਤਰ੍ਹਾਂ ਈਵਨ ਵਪਾਰੀ ਦਾ ਵੀ ਮਾਮਲਾ ਹੈ। ਵਪਾਰੀ ਇਹਦਾ ਇਹ ਕਹਿਣਾ ਹੈ ਕਿ ਜਿਹੜਾ ਵੈਟ ਰਿਫੰਡਿੰਗ ਹੈ ਉਹ ਸਾਡਾ 6 ਸਾਲਾਂ ਤੋਂ ਲਟਕਦਾ। ਵੈਟ ਰਿਫੰਡ ਪਹਿਲਾਂ ਜਦੋਂ ਕੇਜਰੀਵਾਲ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਉਦਯੋਗਪਤੀਆਂ ਨਾਲ, ਉਦੋਂ ਕਹਿੰਦੇ ਸਾਨੂੰ ਦੱਸੋ ਜੋ ਵੀ ਚੀਜ਼ਾਂ ਨੇ, ਔਰ ਉਹ ਕਹਿੰਦੇ ਸਾਤੋਂ 4 ਮਹੀਨੇ ਮੰਗੇ ਸੀਗੇ ਉਹਨਾਂ ਨੇ, ਉਦੋਂ ਵੀ 4 ਮਹੀਨੇ ਮੰਗੇ ਸੀ ਕਿ 4 ਮਹੀਨੇ 'ਚ ਅਸੀਂ ਤੁਹਾਡਾ ਉਹ ਰਿਫੰਡ ਦਾ ਜਿਹੜਾ ਸਿਸਟਮ ਜਿਹੜਾ ਸਰਕਾਰ ਕੋਲ ਰੁਕਿਆ ਪਿਆ ਉਹ ਕਰਾਂਗੇ। ਹੁਣ ਇਸ ਬਜਟ 'ਚੋਂ 6 ਮਹੀਨੇ ਹੋਰ ਮੰਗ ਲਏ, ਤੇ ਉਹ ਕਹਿੰਦੇ ਨੇ ਵੀ ਸਾਡਾ ਪੈਸਾ ਉਹੀ ਅਸੀਂ ਵਾਪਸ ਮੰਗਦੇ, ਤੁਸੀਂ ਗਾਹ ਤੋਂ ਗਾਹ 4 ਮਹੀਨੇ, ਫਿਰ 6 ਮਹੀਨੇ, ਫਿਰ ਬਾਕੀ, ਫਿਰ ਤਾਂ ਕੋਈ ਗੱਲ ਨਹੀਂ ਬਣਦੀ। ਇੰਨੇ 6 ਮਹੀਨੇ ਨੂੰ ਨਵਾਂ ਪਤਾ ਨਹੀਂ ਸਾਲ ਤੋਂ ਬਾਅਦ ਫਿਰ ਦੁਬਾਰਾ ਫਿਰ ਕਹਿਣਗੇ ਅਗਲਾ ਬਜਟ ਆਊਗਾ ਤਾਂ ਦੇਖਾਂਗੇ। 6 ਮਹੀਨੇ ਨਹੀਂ, ਪ੍ਰੈਕਟੀਕਲੀ ਅਗਲੇ ਬਜਟ ਤੱਕ ਹੀ ਮੰਗ ਲਿਆ, ਜਿਹੜੇ 10-11 ਮਹੀਨੇ ਬਚਦੇ ਨੇ, 7-8 ਮਹੀਨੇ। ਉਹ ਜਿਹੜੇ ਸਾਰੇ ਪਹਿਲੂ ਨੇ, ਮਤਲਬ ਉਹ ਸਾਰੇ ਮੁੱਦਿਆਂ ਦੇ ਉੱਤੇ ਇਹ ਤੇ ਇਹ ਚੀਜ਼ਾਂ ਨੇ। ਹਾਂ, ਕੁਝ ਗੱਲਾਂ ਨੇ, ਜਿਹੜੇ ਐਲਾਨ ਜਿਹੜੇ ਕੀਤੇ, ਇਹਦੇ 'ਚ ਜਿਹੜੇ ਕੁਝ ਚੰਗੇ ਐਲਾਨ ਨੇ। ਮੰਨ ਲਓ ਨਾਲੋਂ ਜੇ ਮੈਂ ਕਹਾਂ ਕਿ 200 ਕਰੋੜ ਰੁਪਇਆ ਪੰਜਾਬੀ ਯੂਨੀਵਰਸਿਟੀ ਨੂੰ ਦੇਣ ਦਾ ਫੈਸਲਾ ਕੀਤਾ, ਪਰ ਉਹ ਜਲਦੀ ਮਿਲ ਜੇ, ਇਕੱਲਾ ਐਲਾਨ ਨਾ ਰਹੇ, ਤਾਂ ਉਹ ਚੰਗੀ ਇੱਕ ਗੱਲ ਹੈ ਕਿ ਚਲੋ ਇੱਕ ਯੂਨੀਵਰਸਿਟੀ ਨੂੰ ਪੈਸੇ ਮਿਲ ਰਹੇ। ਪਰ ਪੀਏਯੂ ਨੂੰ ਵੀ ਪੈਸੇ ਤਨਖਾਹਾਂ ਤੋਂ ਇਲਾਵਾ ਮਿਲਣੇ ਚਾਹੀਦੇ ਨੇ ਨਾ, ਜੇ ਐਗਰੀਕਲਚਰ ਦੇ ਵਿੱਚ ਰਿਸਰਚ ਕਰਨੀ ਹੈ। ਕੱਲੀਆਂ ਤਨਖਾਹਾਂ ਨਾਲ ਤਾਂ ਕੰਮ ਨਹੀਂ ਚੱਲੂਗਾ, ਪ੍ਰੋਜੈਕਟਾਂ ਲਈ ਵੀ ਪੈਸੇ ਚਾਹੀਦੇ ਨੇ, ਬਾਕੀ ਚੀਜ਼ਾਂ ਲਈ ਵੀ ਚਾਹੀਦੇ ਨੇ। ਔਰ ਇੱਕ ਉਹਨਾਂ ਨੇ ਕਿਹਾ ਕਿ ਅਸੀਂ 16 ਮੈਡੀਕਲ ਕਾਲਜ ਖੋਲਾਂਗੇ 5 ਸਾਲਾਂ ਦੇ ਵਿੱਚ। ਇਹ ਚੰਗੀ ਇੱਕ ਮੇਰਾ ਖਿਆਲ ਐਲਾਨ ਹੈ ਜੇਕਰ ਹੋ, ਪਰ ਉਹਦੇ 'ਚ ਇਹ ਕੁਝ ਨਹੀਂ ਦੱਸਿਆ ਕਿ ਉਹ 16 ਮੈਡੀਕਲ ਕਾਲਜ ਪ੍ਰਾਈਵੇਟ ਖੇਤਰ ਦੇ ਹੋਣਗੇ ਜਾਂ ਸਰਕਾਰੀ ਖੇਤਰ ਦੇ ਹੋਣਗੇ। ਜੇ ਤਾਂ ਉਹ ਪ੍ਰਾਈਵੇਟ ਖੇਤਰ ਦੇ ਹੋਣਗੇ, ਕਾਰਪੋਰੇਟ, ਜਿਵੇਂ ਫੋਰਟਿਸ ਹੈ, ਅਪੋਲੋ ਹੈ, ਬਾਕੀ ਨੇ, ਫਿਰ ਤਾਂ ਜਨਰਲ ਪਬਲਿਕ ਨੂੰ ਤਾਂ ਕੋਈ ਫਾਇਦਾ ਨਹੀਂ ਉਹਦੇ 'ਚ। ਜਿਹੜਾ ਪੈਸੇ ਦੇ ਕੇ ਇਲਾਜ ਕਰਾ ਸਕਦਾ ਵੱਡੇ ਪੈਸੇ ਵਾਲਾ, ਉਹੀ ਹੈ। ਉਹ ਤਾਂ ਇੱਕ ਕਾਰਪੋਰੇਟ ਇਨਵੈਸਟਮੈਂਟ ਹੈ, ਉਹਦੇ ਵਿੱਚ ਤਾਂ ਫਿਰ ਸਧਾਰਨ ਬੰਦਾ ਤਾਂ ਇਲਾਜ ਕਰਾਉਣ ਦਾ ਹੁਣ ਵੀ ਨਹੀਂ ਜਾ ਸਕਦਾ, ਤੇ ਬਾਕੀ ਵੀ ਨਹੀਂ ਹੈ। ਜੇ ਤੁਸੀਂ ਸਰਕਾਰੀ ਖੇਤਰ 'ਚ ਖੋਲੋ, ਫਿਰ ਠੀਕ ਹੈ ਕਿ ਲੋਕਾਂ ਨੂੰ ਚੰਗਾ ਸਿਹਤ ਤੇ ਚੰਗਾ ਬਾਕੀ ਵੀ ਮਿਲ ਜੂਗਾ। ਸਾਡੇ ਬੱਚਿਆਂ ਦੇ ਲਈ MBBS ਦੀਆਂ ਸੀਟਾਂ ਵੀ ਸਸਤੀਆਂ ਵੀ ਮਿਲ ਜਾਣਗੀਆਂ, ਤੇ ਅੱਗੇ ਨੂੰ ਇਲਾਜ ਲਈ ਕੁਝ ਫਾਇਦਾ ਹੋਊਗਾ। ਇਹਦੀ ਕਲੈਰਿਟੀ ਨਹੀਂ ਹੈ, ਮਤਲਬ 16 ਚੋਂ ਕਿੰਨੇ ਸਰਕਾਰੀ ਖੇਤਰ ਦੇ ਹੋਣਗੇ, ਕਿੰਨੇ ਪ੍ਰਾਈਵੇਟ ਖੇਤਰ ਦੇ ਹੋਣਗੇ, ਔਰ ਕੀ ਤੁਸੀਂ ਪ੍ਰਾਈਵੇਟ ਖੇਤਰ ਵਾਲਿਆਂ ਨੂੰ ਕੌਡੀਆਂ ਦੇ ਭਾਅ ਸਰਕਾਰੀ ਜ਼ਮੀਨ ਦਿਓਗੇ ਤੇ ਉਹ ਉਹਨਾਂ ਹੀ ਲੋਕਾਂ ਦਾ ਇਲਾਜ ਮਹਿੰਗਾ ਕਰਦੇ ਰਹਿਣਗੇ, ਜਾਂ ਪ੍ਰਾਈਵੇਟ ਆਪਦੇ ਖੇਤਰ ਦੇ ਵਿੱਚ ਮੈਡੀਕਲ ਕਾਲਜ ਬਣਾ ਕੇ ਉਹਨਾਂ ਨੂੰ ਕੋਈ ਸਟਰੈਂਥਨ ਕਰੋਗੇ ਜਾਂ ਵੱਡੇ ਬਣਾਓ।
फिर ये है कि ओवरऑल सिक्ख्या का जिहड़ा सवाल और सिक्ख्या की पॉलिसी ते कोई कमेंट नहीं है इस पूरे बजट दे विच जिहड़ी 2020 की गवर्नमेंट ऑफ इंडिया की सिक्ख्या पॉलिसी है जिते सारे विद्वान चिंतित ने चर्चा चल रही है देश दे विच इत्थे कोई टिप्पणी नहीं है साडे बजट दे विच उस मामले दे विच पर एक गल कही गई है कि साडी प्रायोरिटी एजुकेशन है ਉਹਦੇ ਚੋਂ ਇਹਨਾਂ ਨੇ ਮੰਨਿਆ ਇੱਕ ਗੱਲ ਕਿ 19,100 ਕੁ ਸਕੂਲ ਨੇ ਪੰਜਾਬ ਦੇ ਵਿੱਚ ਉਹਦੇ ਚੋਂ ਸ਼ਹਿਰ ਤੇ ਪਿੰਡਾਂ 'ਚ 2700 ਸਕੂਲ ਪਿੰਡਾਂ 'ਚ ਤੇ ਬਾਕੀ ਸ਼ਹਿਰ 'ਚ ਜਿਹਦੀ ਚਾਰ ਦੀਵਾਰੀ ਕਰਨ ਦੀ ਲੋੜ ਪਏ ਅਸੀਂ ਇਹਦੀ ਇਨਫਰਾਸਟ੍ਰਕਚਰ ਬਣਾਵਾਂਗੇ ਇੱਕ ਗੱਲ ਤਾਂ ਕਲੀਅਰ ਹੈ ਕਿ ਜਿਹੜਾ ਪਹਿਲਾਂ ਤੁਸੀਂ ਨਹੀਂ ਮੰਨ ਰਹੇ ਸੀ ਕਿ ਪਹਿਲਾਂ ਵੀ ਚਾਰ ਦੀਵਾਰੀਆਂ ਬਣ ਗਈਆਂ ਸਕੂਲਾਂ ਤੇ ਪੈਸਾ ਤਾਂ ਪਹਿਲਾਂ ਵੀ ਲੱਗਿਆ ਔਰ ਬਜਟ 'ਚ ਇਹਦਾ ਮਤਲਬ ਮੰਨਿਆ ਗਿਆ ਕਿ ਬਾਕੀ 19,000 ਸਕੂਲ ਦੇ ਵਿੱਚੋਂ ਇਹਦਾ ਮਤਲਬ 17,000 18,000 ਸਕੂਲ 'ਚ ਤਾਂ 17,000 'ਚ ਤਾਂ ਲੱਗਿਆ ਤੁਸੀਂ ਪ੍ਰਵਾਹ ਨਹੀਂ ਕਰ ਰਹੇ ਹੋ ਨਾ ਕਿ ਹਾਂ ਉਹਦੀ ਬਿਲਡਿੰਗਾਂ ਠੀਕ ਨੇ ਉਹਦੀ ਚਾਰ ਦੀਵਾਰੀ ਠੀਕ ਹੈ ਹੁਣ ਪੜ੍ਹਾਈ ਦਾ ਸਵਾਲ ਹੈ ਪੜ੍ਹਾਈ ਕਿਵੇਂ ਬਿਹਤਰ ਹੋਣੀ ਹੈ ਤੇ ਉਹ ਕਹਿੰਦੇ ਨੇ ਕਿ ਅਸੀਂ ਟੀਚਰਾਂ ਨੂੰ ਭੇਜਾਂਗੇ ਵਿਦੇਸ਼ ਵੀ ਭੇਜਾਂਗੇ ਹੋਰਾਂ ਥਾਵਾਂ ਤੇ ਵੀ ਜਿੱਥੇ ਉਹ ਐਕਸਪਰਟ ਹੋ ਸਕਣਗੇ ਕੀ ਵਿਦਿਆ ਦੀ ਪੜ੍ਹਾਈ ਨਾ ਹੋਣ ਦਾ ਕਾਰਨ ਇਹੀ ਹੈ ਕਿ ਸਾਡੇ ਟੀਚਰ ਨੂੰ ਆਉਂਦਾ ਨਹੀਂ ਜਾਂ ਉਹ ਅਨਟ੍ਰੇਨਡ ਹੈ ਜਾਂ ਉਹ ਸਿਖਲਾਈ ਯਾਫਤਾ ਨਹੀਂ ਹੈ ਜੇ ਇਹ ਇੱਕ ਕਾਰਨ ਹੈ ਤਾਂ ਵਿਦਵਾਨਾਂ ਤੋਂ ਪੁੱਛਣਾ ਚਾਹੀਦਾ ਹੈ ਬਹੁਤ ਬੜਾ ਕਾਰਨ ਬੜੀ ਗੱਲ ਹੋ ਜਾਏਗੀ ਫਿਰ ਤਾਂ ਵੀ ਸਾਡੇ ਕੋਲ ਟੀਚਰ ਹੀ ਨਹੀਂ ਹੈ ਕੁਆਲੀਫਾਈਡ ਜਾਂ ਬਾਕੀ ਦੀਆਂ ਚੀਜ਼ਾਂ ਹਾਂ ਇੱਕ ਗੱਲ ਪੋਜ਼ਿਟਿਵ ਕੀਤੀ ਹੈ ਉਸ ਮਾਮਲੇ ਦੇ ਵਿੱਚ ਵੀ ਕਿ ਜਿਹੜੇ ਇਹਨਾਂ ਦੇ ਸਕੂਲਾਂ 'ਚ ਮੈਨੇਜਰ ਲਾਉਣ ਦੀ ਗੱਲ ਕੀਤੀ ਹੈ ਕਿ ਟੀਚਰ ਗੈਰ ਵਿਦਿਅਕ ਕੰਮ ਨਹੀਂ ਕਰਨਗੇ ਉਸ ਵਾਸਤੇ ਠੀਕ ਹੈ ਫਿਰ ਟੀਚਰਾਂ ਦਾ ਉਹ ਇਤਰਾਜ਼ ਦੂਰ ਹੋ ਜਾਏਗਾ ਕਿ ਸਾਡੇ ਤੋਂ ਗੈਰ ਵਿਦਿਅਕ ਕੰਮ ਲੈ ਰਹੇ ਹੋ ਇਸ ਲਈ ਅਸੀਂ ਪੜ੍ਹਾਈ ਨਹੀਂ ਕਰਾ ਪਾ ਰਹੇ ਤੇ ਜੇ ਕੱਲਾ ਇਹੀ ਕਾਰਨ ਹੋਇਆ ਤਾਂ ਉਹ ਦੂਰ ਹੋ ਜਾਣਾ ਚਾਹੀਦਾ ਫਿਰ ਮਾਮਲਾ ਤੇ ਜੇ ਨਹੀਂ ਹੈ ਤਾਂ ਇਹਦਾ ਮਤਲਬ ਗੱਲਾਂ ਹੋਰ ਵੀ ਨੇ ਜਿਹੜੀਆਂ ਪੜ੍ਹਾਈ ਦੇ ਰਾਹ ਦੇ ਵਿੱਚ ਰੁਕਾਵਟ ਬਣਦੀਆਂ ਨੇ ਸਕੂਲਾਂ ਦੇ ਵਿੱਚ ਜਾਂ ਬਾਕੀ ਗੱਲਾਂ ਹੋਰਾਂ ਮਾਮਲਿਆਂ ਦੇ ਵਿੱਚ ਬਣਦੀਆਂ ਤੇ ਇੱਕ ਹੈ ਸੋਸ਼ਲ ਸਿਕਿਉਰਿਟੀ ਦਾ ਨੈਟਵਰਕ ਬਹੁਤ ਵੱਡਾ ਜਿਹੜਾ ਸਾਡੇ ਬੇਰੁਜ਼ਗਾਰਾਂ ਨੂੰ ਭੱਤਾ ਦੇਣ ਦਾ ਮਾਮਲਾ ਹੈ ਵਿਧਵਾ ਬਜ਼ੁਰਗਾਂ ਦੀਆਂ ਬੇਸਹਾਰਾ ਦੀਆਂ ਪੈਨਸ਼ਨਾਂ ਦੇ ਮਾਮਲੇ ਨੇ ਉਹ ਸਾਰੇ ਉਹਦੇ ਚ ਚਾਹੇ ਉਹ ਮਹਿੰਗਾਈ ਬੜੀ ਵੱਧ ਗਈ ਹੈ ਪਰ ਉਹਦੇ ਚ ਕੋਈ ਵਾਧਾ ਨਹੀਂ ਹੋਇਆ ਜਿਵੇਂ ਹਰਿਆਣਾ ਨੇ ਹੁਣ 2500 ਰੁਪਇਆ ਕਰਤਾ ਹੈ ਜਿਹੜੀ ਵਿਧਵਾ ਬਜ਼ੁਰਗਾਂ ਦੀਆਂ ਪੈਨਸ਼ਨਾਂ ਐਤਕੀ ਤੇ ਸਾਡੇ ਉਹੀ ਅਮਰਿੰਦਰ ਸਿੰਘ ਉਹਨੇ ਐਲਾਨ ਇੱਕ 1500 ਦਾ ਕਰਕੇ ਗਏ ਸੀਗੇ ਉਹੀ ਲਾਗੂ ਮੇਰੇ ਖਿਆਲ ਰਹੇਗਾ ਤੇ ਉਸ ਤੋਂ ਬਾਅਦ ਅਜੇ ਜ਼ਿਆਦਾ ਨਹੀਂ ਮਿਲਣਗੀਆਂ ਉਸ ਪੱਧਰ ਤੇ 28 ਲੱਖ ਬੰਦੇ ਨੇ ਉਹ 28 ਲੱਖ ਦੇ ਨੇੜੇ ਤੇੜੇ ਇਹਨਾਂ ਨੇ ਇਹ ਜ਼ਰੂਰ ਕਿਹਾ ਕਿ 31 ਲੱਖ ਹੋ ਜਾਣਗੇ ਤੇ 31 ਲੱਖ ਨੂੰ ਅਸੀਂ ਦੇਵਾਂਗੇ ਹੋ ਸਕਦਾ ਉਹ ਅੰਦਾਜ਼ਾ ਹੋਏਗਾ ਕਿ ਕੁਝ ਬਜ਼ੁਰਗਾਂ ਦੀ ਕੈਟਾਗਰੀ 'ਚ ਵੀ ਆ ਜਾਂਦੇ ਨੇ ਇੰਨੇ ਸਮੇਂ ਦੇ ਵਿੱਚ ਅੱਗੇ ਹੋਰ ਕੁਝ ਹੋਰ ਜਿਹੜਾ ਇੱਕ ਡਾਟਾ ਜਿਹੜਾ ਹੋਇਆ ਉਹ ਇੱਕ ਉਸ ਲੈਵਲ ਦੀ ਇੱਕ ਗੱਲ ਪਰ ਮੈਨੂੰ ਇਹ ਲੱਗਦਾ ਕਿ ਜਿੰਨੀ ਵਿੱਤੀ ਹਾਲਤ ਟਾਈਟ ਹੈ ਸਾਡੀ ਇਹਦੇ 'ਚ ਕੋਈ ਬਹੁਤਾ ਕੁਝ ਹੋ ਵੀ ਨਹੀਂ ਸਕਦਾ ਸੀ ਬਜਟ ਕੋਈ ਵੀ ਹੋਰ ਵੀ ਪੇਸ਼ ਕਰਦਾ ਕਿ ਉਹ ਕਿੰਨਾ ਕੁ ਦੇ ਦਿੰਦਾ ਕਿਉਂਕਿ ਜਦ ਤੁਹਾਡੇ ਝੋਲੇ 'ਚ ਦਾਣੇ ਹੀ ਨਾ ਹੋਣ ਤਾਂ ਤੁਸੀਂ ਕਿੰਨਾ ਕੁ ਵੰਡ ਸਕਦੇ ਹੋ ਕਿੰਨਾ ਕੁ ਦੇ ਸਕਦੇ ਹੋ ਸਾਰੇ ਮਾਮਲੇ ਦੇ ਵਿੱਚ ਔਰ ਉਹ ਇੱਕ ਮਜਬੂਰੀ ਦਾ ਇੱਕ ਸੈਟਅਪ ਵੀ ਹੈ ਪੂਰੇ ਬਜਟ ਦੇ ਵਿੱਚ ਔਰ ਜਿਹੜਾ ਕਿ ਦਿਖਾਈ ਦਿੰਦਾ ਔਰ ਉਹਨੂੰ ਕੱਲਾ ਗਲੋਰੀਫਾਈ ਕਰਨ ਦਾ ਕੁਐਸਚਨ ਨਹੀਂ ਹੁੰਦਾ ਕਿ ਅਸੀਂ ਬਹੁਤ ਕਰ ਰਹੇ ਹਾਂ ਤੁਸੀਂ ਟਾਈਟ ਕਰੋ ਮਾਹੌਲ ਇੱਕ ਗੱਲ ਕੀਤੀ ਹੈ ਜਿਹੜੀ ਹੋਰ ਇਹਨਾਂ ਨੇ ਉਸ ਬਜਟ ਦੇ ਵਿੱਚ ਉਹ ਇੱਕ ਟਰਸਟ ਬਣਾਉਣ ਦੀ ਗੱਲ ਕੀਤੀ ਕਿ ਜਿਹੜੇ ਟਰਸਟ 'ਚ ਅਸੀਂ NRI ਜਿਹਨੂੰ ਕਹਾਂਗੇ ਤੁਸੀਂ ਪੈਸੇ ਪਾਓ ਕੁਝ ਪੈਸਾ ਗਵਰਨਮੈਂਟ ਪਾਏਗੀ ਗਵਰਨਮੈਂਟ ਕਿੰਨਾ ਪਾਏਗੀ ਅਜੇ ਤੱਕ ਅਨਾਉਂਸ ਨਹੀਂ ਹੋਇਆ ਪਰ ਕੁਝ ਪੈਸਾ ਗਵਰਨਮੈਂਟ ਪਾਏਗੀ ਤੇ ਤੁਹਾਡਾ ਪੈਸਾ ਪਾਰਦਰਸ਼ੀ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਲੱਗੇਗਾ ਕਿਉਂਕਿ ਇੱਕ ਗੱਲ ਇਹ ਭਾਵਨਾ ਸਾਡੇ ਪੰਜਾਬ 'ਚ ਹੈ ਕਿ NRI ਪੰਜਾਬ ਦੀ ਬਿਹਤਰੀ ਲਈ ਪੈਸਾ ਦੇਣਾ ਚਾਹੁੰਦਾ ਹੈ ਪਰ ਉਹਨੂੰ ਇਹ ਗਰੰਟੀ ਨਹੀਂ ਹੈ ਕਿ ਜਿਹਦੇ ਕੰਮ ਲਈ ਉਹ ਪੈਸਾ ਦੇਣਾ ਚਾਹੁੰਦਾ ਉਹ ਲੱਗ ਜੂਗਾ ਜਾਂ ਨਹੀਂ ਲੱਗ ਹੁਣ ਉਹ ਜਿਹੜਾ ਇੱਕ ਟਰਸਟ ਫੰਡ ਹੈ ਜਿਹੜਾ ਬਣਾਓਗੇ ਤੁਸੀਂ ਉਹ ਫੰਡ 'ਚ ਕਿੰਨੇ ਕੁ ਲੋਕਾਂ ਦਾ ਭਰੋਸਾ ਪ੍ਰਗਟ ਹੁੰਦਾ ਹੈ ਕਿੰਨਾ ਕੁ ਭਰੋਸਾ ਜਿੱਤਿਆ ਜਾਂਦਾ ਹੈ ਕਿੰਨੇ ਕੁ ਪੈਸੇ ਆ ਸਕਣਗੇ ਇਹ ਉਦੋਂ ਬਾਅਦ ਦਾ ਸਵਾਲ ਪਰ ਆਪਦੇ ਆਪ 'ਚ ਕਿ ਮਤਲਬ ਪਹਿਲ ਕਦਮੀ ਕਰਨਾ ਇੱਕ ਚੰਗੀ ਪਹਿਲ ਕਦਮੀ ਕਹੀ ਜਾ ਸਕਦੀ ਹੈ ਕਿ ਤੁਸੀਂ ਬਾਕੀ ਲੋਕਾਂ ਨੂੰ ਵੀ ਸੱਦਾ ਦੇ ਰਹੇ ਹੋ ਕਿ ਆਓ ਆਪਾਂ ਇਹਦੀ ਗੱਲ ਨੂੰ ਠੀਕ ਕਰੀਏ ਤੇ ਅੰਦਾਜ਼ਾ ਇਹ ਸਾਰੀ ਗੱਲ ਜੁੜੀ ਭਰੋਸੇਯੋਗਤਾ ਨਾਲ ਹੁਣ ਜੇ ਭਰੋਸਾ ਸੰਗਰੂਰ ਦੀ ਇਲੈਕਸ਼ਨ 'ਚ ਟੁੱਟ ਜਾਂਦਾ 3 ਮਹੀਨਿਆਂ ਬਾਅਦ ਜਾਂ ਬਾਕੀ ਲੋਕਾਂ ਤੇ ਭਰੋਸਾ ਅਜੇ ਬੇਭਰੋਸਗੀ ਲੋਕਾਂ ਨੂੰ ਕੀ ਹੈ ਮੈਨੂੰ ਲੱਗਦਾ NRI ਜਿਹਨੂੰ ਵੀ ਇਹ ਸਭ ਨੂੰ ਆ ਕਿ ਟੋਟਲ ਗੱਲ ਦਿੱਲੀ ਤੋਂ ਚੱਲਦੀ ਹੈ ਇੱਥੋਂ ਨਹੀਂ ਇਸ ਬਜਟ ਦੇ ਉੱਤੇ ਵੀ ਛਾਪ ਦਿੱਲੀ ਦੀ ਨਜ਼ਰ ਆ ਰਹੀ ਹੈ ਕਿਉਂਕਿ ਦਿੱਲੀ 'ਚ ਖੇਤੀਬਾੜੀ ਮੇਜਰ ਖੇਤਰ ਨਹੀਂ ਹੈ ਦਿੱਲੀ ਦੇ ਵਿੱਚ ਉਹ ਚੀਜ਼ਾਂ ਮੇਜਰ ਨਹੀਂ ਹੈ ਇਸ ਲਈ ਉਹ ਮੇਜਰ ਖੇਤਰ ਦੇ ਤੌਰ ਤੇ ਦਿਖਾਈ ਵੀ ਨਹੀਂ ਦੇ ਰਹੀਆਂ ਉਹ ਸਾਰੇ ਮਾਮਲੇ ਦੇ ਵਿੱਚ ਔਰ ਮੁਹੱਲਾ ਕਲੀਨਿਕ ਉਹਨਾਂ ਨੇ ਕਿਹਾ ਕਿ ਅਗਸਤ ਦੇ ਵਿੱਚ ਅਸੀਂ 75 ਜਿਹੜੀਆਂ ਉਹ ਖੋਲਾਂਗੇ ਹੁਣ ਮੁਹੱਲਾ ਕਲੀਨਿਕ ਜ਼ਰੂਰੀ ਨੇ ਜਾਂ ਪੁਰਾਣੀਆਂ ਡਿਸਪੈਂਸਰੀਆਂ ਜਿਹੜੀਆਂ ਜਿੱਥੇ ਸਟਾਫ ਨਹੀਂ ਹੈ ਜਿੱਥੇ ਦਵਾਈ ਨਹੀਂ ਹੈ ਉਹਨਾਂ ਨੂੰ ਵੀ ਫੋਲੋ ਕਰ ਲਓ ਪਹਿਲਾਂ ਉਹਨਾਂ ਨੂੰ ਪ੍ਰੋਪਰ ਚਲਾ ਲਓ ਨਵੇਂ ਖੋਲਣ ਦੀ ਬਜਾਏ ਪਹਿਲ ਕਦਮੀ ਕਿਹੜੀ ਹੋਣੀ ਚਾਹੀਦੀ ਹੈ
ਕੇਵਲ ਦਿੱਲੀ 'ਚ ਮੁਹੱਲਾ ਕਲੀਨਿਕ ਚੱਲਦਾ, ਤੁਸੀਂ ਮੁਹੱਲਾ ਕਲੀਨਿਕ ਨਾਮ ਰੱਖਣਾ ਜ਼ਰੂਰੀ ਹੈ, ਜਾਂ ਉਸ ਡਿਸਪੈਂਸਰੀ ਦਾ ਨਾਂ ਹੀ ਮੁਹੱਲਾ ਰੱਖ ਲਓ ਜੇ ਦਿੱਲੀ ਦਾ ਹੀ ਜ਼ਰੂਰ ਕੁਝ ਲੈਣਾ। ਤਾਂ ਮੈਨੂੰ ਲੱਗਦਾ ਕਿ ਜਿਹੜੇ ਉਹ ਡਿਸਪੈਂਸਰੀਆਂ ਜਾਂ ਹਸਪਤਾਲ ਜਿਹੜੇ ਪੇਂਡੂ ਖੇਤਰਾਂ ਦੇ ਵਿੱਚ ਵੀ ਸ਼ਹਿਰੀ 'ਚ ਲੋਕਾਂ ਦੀ ਕੇਅਰ ਕਰਦੇ ਸੀ, ਜਿਹੜੀਆਂ ਉਹਦੇ 'ਚ ਕਮੀਆਂ ਨੇ, ਉਹ ਕਮੀਆਂ ਦੂਰ ਕਰ ਲੈਂਦੇ ਤਾਂ ਜ਼ਿਆਦਾ ਬਿਹਤਰ ਮੇਰਾ ਖਿਆਲ ਹੈ ਮਾਮਲਾ ਉਸ ਮਾਮਲੇ ਦੇ ਵਿੱਚ ਹੋ ਸਕਦਾ ਸੀ, ਇਹਦੀ ਬਜਾਏ ਕਿ ਬਾਕੀ ਗੱਲਾਂ ਇੱਧਰ ਉੱਧਰ। ਮੈਨੂੰ ਲੱਗਦਾ ਓਵਰਆਲ ਲਵੋ ਲੁਭਾਵ ਬਜਟ ਦਾ ਇਹ ਸਾਰੇ ਖੇਤਰਾਂ ਦੇ ਵਿੱਚ ਇਹ ਨਜ਼ਰ ਆ ਰਿਹਾ। ਜੀ, ਕੁੱਲ ਮਿਲਾ ਕੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਤੁਸੀਂ ਸਾਰਾ ਹੀ ਬਜਟ ਬਾਰੇ ਦੱਸ ਦਿੱਤਾ ਆ। ਮੇਰਾ ਹੁਣ ਸਵਾਲ ਇਹ ਆ ਹਰਮੀਤ ਸਿੰਘ ਜੀ ਕਿ ਨਾ ਤਾਂ ਲੋਕਾਂ ਨੇ 300 ਯੂਨਿਟ ਬਿਜਲੀ ਮੁਫਤ ਮੰਗੀ ਸੀ, ਨਾ ਲੋਕਾਂ ਨੇ ਕਿਹਾ ਸੀਗਾ ਕਿ ਤੁਸੀਂ ਸਾਨੂੰ 1000 ਰੁਪਇਆ ਦਿਓ, ਨਾ ਵਪਾਰੀਆਂ ਨੇ ਕਿਹਾ ਸੀਗਾ ਕਿ ਤੁਸੀਂ 5 ਰੁਪਏ ਯੂਨਿਟ ਦਿਓ। ਹਰ ਕੋਈ ਚਾਹੁੰਦਾ ਸੀ ਕਿ ਰਾਹਤ ਦਿਓ, ਕਿ ਮਾੜੀ ਮੋਟੀ ਕਿਤੇ ਕੀਮਤਾਂ ਦੇ ਵਿੱਚ ਕਟੌਤੀ ਇਸ ਢੰਗ ਦੀ ਰਵੇ ਕਿ ਸਾਨੂੰ ਮੁਫਤਖੋਰੀ ਦੇ ਵਿੱਚ ਨਾ ਲਾਓ। ਫਿਰ ਸਰਕਾਰਾਂ ਆਪਣੀ ਕੁਰਸੀ ਪੱਕੀ ਕਰਨ ਲਈ ਇਹ ਸਾਰਾ ਕੁਝ ਕਰਦੀਆਂ ਨੇ, ਲੋਕਾਂ ਨੂੰ ਲੋਕ ਲੁਭਾਉਣੇ ਵਾਅਦੇ ਕਰਦੀਆਂ ਨੇ। ਕੋਸ਼ਿਸ਼ ਇਹ ਨਹੀਂ ਹੋਣੀ ਚਾਹੀਦੀ ਕਿ ਲੋਕਾਂ ਦੇ ਵਿੱਚ ਇਸ ਗੱਲ ਨੂੰ ਪ੍ਰਚਾਰਿਆ ਜਾਵੇ, ਜਿਵੇਂ ਆਪਣੇ ਇਸ਼ਤਿਹਾਰ ਲੱਗ ਜਾਂਦੇ ਨੇ ਵੱਡੇ ਵੱਡੇ, ਅੱਜ ਵੀ ਲੱਗੇ ਨੇ, ਪ੍ਰਚਾਰ ਕਰਨ ਲੋਕਾਂ ਦੇ ਵਿੱਚ ਕਿ ਅਸੀਂ ਤੁਹਾਨੂੰ ਇੱਥੇ ਜਿਹੜਾ ਉਹ ਕੀਮਤਾਂ 'ਚ ਕਟੌਤੀ ਕਰਾਂਗੇ, ਇੱਥੇ ਅਸੀਂ ਰੈਸ਼ਨਲਾਈਜ਼ ਕਰਾਂਗੇ ਜਿੰਨੀਆਂ ਸਬਸਿਡੀਆਂ ਨੇ, ਇਹਦੇ ਨਾਲ ਤੁਹਾਡਾ ਵੀ ਫਾਇਦਾ, ਸਰਕਾਰ ਦਾ ਵੀ ਫਾਇਦਾ ਤੇ ਪੰਜਾਬ ਵੀ ਕਰਜ਼ਾ ਮੁਕਤ ਰਹਿੰਦਾ। ਤੇ ਬਿਲਕੁਲ ਕੁਝ ਚੀਜ਼ਾਂ ਤਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਵੋਟ ਬੈਂਕ ਕਰਕੇ ਕਰਦੇ ਨੇ ਕਿ ਵੋਟਾਂ ਪੈਣ ਸਾਨੂੰ ਜਿਵੇਂ ਵੀ ਮਰਜ਼ੀ ਪੈਣ, ਰੀਅਲ 'ਚ ਮੰਗ ਨਹੀਂ ਹੁੰਦੀ ਲੋਕਾਂ ਦੀ। ਆ ਹੁਣ ਕਣਕ ਪਿਹਾ ਕੇ ਆਟਾ ਲੋਕਾਂ ਦੇ ਘਰ ਘਰ ਦੇਣਾ, ਇਹ ਕਿਹੜਾ ਮੰਗ ਹੈ ਕਿ ਦਿੱਲੀ 'ਚ ਕਰਤਾ ਜੀ ਅਸੀਂ ਵੀ ਕਰਾਂਗੇ। ਪੰਜਾਬ ਦੇ ਦੂਰ ਦੁਰਾਡੇ ਪਿੰਡਾਂ 'ਚ ਪੰਜਾਬੀ ਨੇ ਕਿਸੇ ਨੇ ਮੰਗ ਨਹੀਂ ਕੀਤੀ ਕਿ ਸਾਨੂੰ ਆਟਾ ਦਿਓ, ਕਹਿੰਦਾ ਕਣਕ ਟਾਈਮ ਤੇ ਦੇ ਦਿਓ, ਅਸੀਂ ਆਪੇ ਇੰਨਾ ਕੁ ਤਾਂ ਕਰ ਲਾਂਗੇ। ਮਤਲਬ ਜਿਹੜਾ ਰਾਈਟ ਟੂ ਫੂਡ ਦੇ ਤਹਿਤ ਦਿੱਤਾ ਜਾਂਦਾ, ਉਹ ਨਵੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਬਿਨਾਂ ਮਤਲਬ ਧੱਕੇ ਨਾਲ ਲੋਕਾਂ ਤੱਕ ਲਿਜਾ ਰਹੇ ਹੋ, ਤੇ ਫਿਰ ਉਹ ਉਦੋਂ ਬਾਅਦ ਤੁਹਾਡੇ ਲਈ ਜੀ ਦਾ ਜੰਜਾਲ ਬਣ ਜਾਂਦੀਆਂ ਨੇ ਮੁੜ ਕੇ। ਹੁਣ ਉਹਦੇ ਤੇ ਰੌਲੇ ਵੀ ਪੈਣਗੇ ਵੀ ਆਟਾ ਖਰਾਬ ਆ ਗਿਆ ਜੀ ਜਾਂ ਨਹੀਂ ਆ ਗਿਆ, ਬਿਨਾਂ ਮਤਲਬ ਦੀ ਕੰਟਰੋਵਰਸੀ ਵੀ ਹੋਏਗੀ ਉਹ ਸਾਰੀਆਂ ਚੀਜ਼ਾਂ ਦੇ ਵਿੱਚ। ਔਰ ਦੂਜੀ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ 300 ਯੂਨਿਟ ਬਿਜਲੀ ਆਣਾ ਹੈ, ਇਹ ਰੈਸ਼ਨਲੀ ਵੀ ਠੀਕ ਨਹੀਂ ਹੈ ਕਿਸੇ ਵੀ ਰੂਪ ਵਿੱਚ। ਇਦੋਂ ਪਹਿਲਾਂ ਜਿਹੜਾ 200 ਯੂਨਿਟ ਬਿਜਲੀ ਦਿੱਤੀ ਜਾਂਦੀ ਸੀ ਜਿਹੜੇ 1 ਕਿਲੋਵਾਟ ਤੱਕ ਵਾਲਿਆਂ ਨੂੰ, ਉਹਦਾ ਮਤਲਬ ਹੀ ਇਹ ਸੀ ਕਿ ਜਿਹੜਾ ਡਾਟਾ ਹੈ ਅਸਲ ਦੇ ਵਿੱਚ ਸਾਡੇ ਸਾਹਮਣੇ ਆਇਆ ਇੰਨੇ ਲੰਮੇ ਸਮੇਂ ਤੋਂ, ਜਿਹਦਾ ਲੋਡ 1 ਕਿਲੋਵਾਟ ਹੈ ਉਹ 150 ਯੂਨਿਟ ਤੋਂ ਵੀ ਉੱਪਰ ਨਹੀਂ ਜਾਂਦਾ ਕਦੇ ਵੀ, ਨਾਰਮਲੀ 200 ਯੂਨਿਟ ਤੋਂ ਵੀ ਹੇਠਾਂ ਹੇਠਾਂ ਰਹਿੰਦਾ। ਕੋਈ ਨਹੀਂ ਆਇਆ ਇੱਕ ਵੀ ਇਹੋ ਜਿਹਾ ਸਾਹਮਣੇ ਹਜੇ ਤੱਕ ਜਿਹਦਾ 1 ਕਿਲੋਵਾਟ ਲੋਡ ਹੋਵੇ ਤੇ ਉਹਨੇ 200 ਯੂਨਿਟ ਵੀ ਪੂਰਾ ਕਰ ਲਿਆ ਹੋਵੇ। ਤਾਂ ਇਹਦਾ ਮਤਲਬ 300 ਯੂਨਿਟ ਦੀ ਫਿਰ ਕੀ ਲੋੜ ਹੈ ਜੇ ਉਸੇ ਦਾਇਰੇ ਦੇ ਵਿੱਚ ਉਹ ਰਹਿੰਦੇ ਨੇ। ਤੇ 22-23 ਲੱਖ ਲਗਭਗ ਕਨੈਕਸ਼ਨ ਤਾਂ ਸ਼ਡਿਊਲ ਕਾਸਟ ਦਾ, ਬੈਕਵਰਡ ਕਲਾਸ ਤੇ BPL ਦਾ ਇਹੋ ਜਿਹਾ ਜਿਹੜਾ 1 ਕਿਲੋਵਾਟ ਦੇ ਦਾਇਰੇ ਵਾਲਾ ਤੇ ਜਿਹੜਾ ਉੱਪਰ ਜਾਂਦਾ ਹੀ ਨਹੀਂ। ਤਾਂ ਤੁਸੀਂ ਜਿਹੜਾ ਇੱਕ ਅਮੀਰ ਆਦਮੀ ਹੈ ਜਿਹੜਾ ਬਹੁਤ, ਜਿਹਨੂੰ ਕੋਈ ਪ੍ਰੋਬਲਮ ਹੈ ਨਹੀਂ, ਜਿਹਦੇ 10-10 AC ਚੱਲਦੇ ਨੇ, ਜਿਹਦਾ ਬਾਕੀ ਹੈ, ਉਹਨੂੰ ਵੀ 300 ਯੂਨਿਟ ਦੇ ਘੇਰੇ 'ਚ ਕਿਉਂ ਲਿਆਉਣ ਦੀ ਲਾਲਚ ਹੈ ਤੁਹਾਡੇ ਦਿਮਾਗ 'ਚ? ਬਲਕਿ ਇਦੋਂ ਪਹਿਲਾਂ ਬਿਜਲੀ ਦਾ ਇੱਕ ਜਿਹੜਾ ਸੈਟਅਪ ਹੈ ਉਹ 'ਚ ਕ੍ਰਾਸ ਸਬਸਿਡੀ ਦਾ ਇੱਕ ਸ਼ਬਦ ਹੈ। ਕ੍ਰਾਸ ਸਬਸਿਡੀ ਦਾ ਮਤਲਬ ਇਹ ਸੀ ਕਿ ਜਿਹੜਾ ਘੱਟ ਯੂਨਿਟਾਂ ਵਾਲਾ ਬੰਦਾ ਉਹ ਤੋਂ ਘੱਟ ਪੈਸੇ ਲੈ ਲਓ, ਜਿਵੇਂ ਜਿਵੇਂ ਵੱਡੀਆਂ ਯੂਨਿਟਾਂ ਵਾਲਾ ਬੰਦਾ ਉਹਦੇ ਤੇ ਜ਼ਿਆਦਾ ਟੈਕਸ ਲਾ ਦਿਓ, ਉਹ ਦੇ ਸਕਦਾ ਹੈ। ਉਹਦੇ ਵਾਲਾ ਜਿਹੜਾ ਉਹਨੂੰ ਸਬਸਿਡੀ ਜਾਂਦੀ ਹੈ ਉਹਦੇ ਨਾਲ ਪੂਰੀ ਕਰ ਲਓ ਆਪਸ ਦੇ ਵਿੱਚ, ਇੱਕ ਡਿਪਾਰਟਮੈਂਟ ਚੋਂ ਹੀ ਪੂਰੀ ਹੋ ਜਾਂਦੀ, ਨਵਾਂ ਬਾਰਡਰ ਨਹੀਂ ਪੈਂਦਾ। ਤੇ ਇਸੇ ਤਰ੍ਹਾਂ ਉਦਯੋਗ ਤੇ ਕਮਰਸ ਤੇ ਜ਼ਿਆਦਾ ਬਿਜਲੀ ਦਾ ਰੇਟ ਲੱਗ ਜਾਂਦਾ ਕਿਉਂਕਿ ਉਹ ਕਮਾਉਂਦੇ ਨੇ ਘਰੇਲੂ ਦੇ ਮੁਕਾਬਲੇ। ਇਹ ਇੱਕ ਤਰੀਕਾ ਕ੍ਰਾਸ ਸਬਸਿਡੀ ਦਾ ਤਰੀਕਾ ਹੈ ਕਿ ਦੂਜਾ, ਜੇ ਤੁਸੀਂ ਕਹੋਗੇ ਅਮੀਰ ਨੂੰ ਵੀ ਮੈਂ 300 ਯੂਨਿਟ ਦੇਵਾਂਗਾ ਬਾਕੀ ਸਭ ਨੂੰ ਦੇਵਾਂਗਾ, ਇਹ ਕਿਹੜੀ ਮਾਨਸਿਕਤਾ ਹੈ, ਕਿਹੜੀ ਤਰੀਕਾ ਹੈ ਜਿਹਦੇ ਨਾਲ ਮਤਲਬ ਲੋਕ ਇਹ ਕਹਿਣਗੇ ਕਿ ਠੀਕ ਗੱਲ ਹੈ। ਇਹੀ ਟਿਊਬਵੈਲ, ਖੇਤੀ ਟਿਊਬਵੈਲ ਦੀ ਹੈ। ਔਰ ਜਿਹੜੇ ਬੰਦੇ ਇਨਕਮ ਟੈਕਸ ਪੇਈ ਨੇ, ਜਿਨ੍ਹਾਂ ਨੂੰ ਆਮਦਨ ਖੇਤੀ ਤੋਂ ਇਲਾਵਾ ਹੋਰ ਕਿਤੋਂ ਵੀ ਆਉਂਦੀ ਹੈ, ਜਿਨ੍ਹਾਂ ਦੇ ਮਤਲਬ ਪਤਾ ਹੀ ਨਹੀਂ ਕਿ ਹਜ਼ਾਰ ਏਕੜ 'ਚ ਵੀ ਉਹ ਖੇਤੀ ਕਰ ਰਹੇ ਨੇ ਤੇ ਬਾਕੀ ਦੀਆਂ ਚੀਜ਼ਾਂ ਨੇ, ਸਭ ਤੋਂ ਵੱਡਾ ਹਿੱਸਾ ਉਹ ਲੈ ਜਾਂਦੇ ਨੇ, ਉਹ ਤਾਂ ਬਿੱਲ ਪੇ ਕਰ ਸਕਦੇ ਨੇ, ਉਹਨਾਂ ਨੂੰ ਕੀ ਪ੍ਰੋਬਲਮ, ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ। ਤੇ ਜਿਹੜੇ ਬੰਦੇ ਕਮਜ਼ੋਰ ਨੇ, ਜਿਹੜੇ ਬਿਲਕੁਲ ਉੱਠ ਨਹੀਂ ਸਕਦੇ ਉੱਥੋਂ, ਕੰਪਨਸੇਟ ਉਹਨੂੰ ਕਰਨ ਦੀ ਲੋੜ ਹੈ, ਬਲਕਿ ਸਗੋਂ ਦੂਜੇ ਤੋਂ ਲੈ ਕੇ ਗਰੀਬ ਨੂੰ ਤੁਸੀਂ ਦੇ ਦੋਗੇ, ਸਰਕਾਰ ਦਾ ਰੈਵਨਿਊ ਵੀ ਠੀਕ ਰਹੂਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਬਾਕੀ ਦਾ ਤਰੀਕਾ ਇਹ ਇੱਕ ਸੈਂਟੀਮੈਂਟ ਉਭਾਰਨ ਦੇ ਸਵਾਲ ਨੇ ਸਾਰੇ, ਜਦੋਂ ਵੋਟਾਂ ਵੇਲੇ ਹੁੰਦੀਆਂ ਨੇ ਉਹ ਕਹਿਣਗੇ ਬਸ ਲੋਕਾਂ 'ਚ ਕਰ ਦੋ ਵੀ ਹਾਂਜੀ ਸਭ ਕੁਝ ਆਪਾਂ ਨੂੰ ਮਿਲੂਗਾ, ਸਭ ਨੂੰ ਮਿਲੂਗਾ, ਵੋਟ ਦੇ ਦਿਓ। ਸਾਡੀ ਸਿਆਸਤ ਹੁਣ ਸਿਧਾਂਤਕ ਦੀ ਬਜਾਏ ਜਾਂ ਲੋਕਾਂ ਦਾ ਇੰਦੀ ਲੌਂਗ ਰਨ ਭਲਾ ਕਰਨ ਦੀ ਬਜਾਏ ਜਾਂ ਮੈਂ ਕਿਹੋ ਜਿਹਾ ਸਟੇਟ ਬਣਾਉਣਾ ਚਾਹੁੰਦਾ ਉਹਦਾ ਸਾਡੇ ਨਕਸ਼ੇ ਦੀ ਬਜਾਏ ਕੇਵਲ ਵੋਟ ਬੈਂਕ ਤੱਕ ਸੀਮਿਤ ਹੋ ਗਈ। ਵੋਟ ਬੈਂਕ ਦੇ ਤੱਕ ਸੀਮਿਤ ਹੋਣ ਦਾ ਮਤਲਬ ਹੈ ਫਿਰ ਇਹ ਸਾਰੀਆਂ ਚੀਜ਼ਾਂ ਤੁਸੀਂ ਕਰਦੇ ਹੋ।
ਉਹ ਜਿੰਨਾ ਕੁ ਰੈਵਨਿਊ ਸੁਧਰਨਾ ਹੁੰਦਾ ਹੈ ਉਹਨੂੰ ਕਿਸੇ ਚੱਜ ਦੇ ਪਾਸੇ ਲਾਉਣਾ ਹੁੰਦਾ ਹੈ, ਉਹ ਫਿਰ ਮਜਬੂਰੀ ਚ ਉਹ ਗੱਲ ਸਭ ਤੋਂ ਵੱਡੀ ਬਣ ਜਾਂਦੀ ਹੈ। ਸਗੋਂ ਜਿਹੜੀ ਗੱਲ ਇਹ ਨੇ ਨਾ ਚੀਜ਼ਾਂ ਡਿਮਾਂਡ ਜਿਹੜੀ ਕੱਲੇ ਕੱਲੇ ਸਭ ਲਈ ਹੈ, ਇਹ ਵੱਡੀ ਬਣ ਜਾਂਦੀ ਹੈ। ਕੋਈ ਗਵਰਨਮੈਂਟ ਹਿੰਮਤ ਨਹੀਂ ਕਰਦੀ ਉਹਨੂੰ ਰੈਸ਼ਨਲਾਈਜ਼ ਕਰਨ ਦੀ, ਉਹਨੂੰ ਵਾਪਸ ਫਿਰ ਲੈਣ ਦੀ। ਇੱਕ ਵਾਰ ਜਿਹੜੀ ਗੱਲ ਕਿਸੇ ਨੇ ਈਵਨ ਮੁਫਤ ਬਿਜਲੀ 97 ਚ ਵੀ ਕਿਸੇ ਨੇ ਨਹੀਂ ਸੀ ਮੰਗੀ ਟਿਊਬਵੈਲਾਂ ਦੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਲਾਗੂ ਕੀਤੀ ਹੈ ਉਦੋਂ ਐ ਸੀ ਕਿ ਸਰਕਾਰ ਬਣ ਜੇ, ਪਰ ਜਦ ਇੱਕ ਵਾਰ ਦੇਤੀ ਫਿਰ ਵਾਪਸ ਲੈਣੀ ਬਹੁਤ ਮੁਸ਼ਕਲ ਕੰਮ ਹੈ। ਜਾਂ ਤੁਸੀਂ ਇਹ ਕਹਿ ਸਕਦੇ ਹੋ ਤੁਹਾਡੇ ਤੇ ਯਕੀਨ ਵੀ ਨਹੀਂ ਹੈ ਗਵਰਨਮੈਂਟਾਂ ਤੇ ਕਿ ਜਿੰਨਾ ਪੈਸਾ ਅਸੀਂ ਤੁਹਾਨੂੰ ਦੇ ਰਹੇ ਹਾਂ ਇੰਨਾ ਪੈਸਾ ਤੁਹਾਨੂੰ ਕਿਸੇ ਹੋਰ ਰੂਪ ਚ ਦੇਵਾਂਗੇ ਔਰ ਇਦੋਂ ਵੱਧ ਦੇਵਾਂਗੇ ਬਲਕਿ ਕਿਸੇ ਹੋਰ ਰੂਪ ਚ, ਪਰ ਆਪਾਂ ਪਾਣੀ ਬਚਾਉਣਾ ਬਾਕੀ ਹੈ, ਇਹ ਮੁਫਤ ਨਹੀਂ, ਇਹਦੇ ਤੇ ਕੁਝ ਨਾ ਕੁਝ ਪੈਸੇ ਦੇਣੇ ਪੈਣਗੇ ਜਦ ਤੱਕ ਕੋਈ ਇਹ ਹੋਵੇ। ਔਰ ਲੋਕਾਂ ਨੂੰ ਇਹ ਲੱਗਦਾ ਡਰ ਵੀ ਇਹਨਾਂ ਨੇ ਇਹ ਵੀ ਵਾਪਸ ਲੈ ਲੈਣੀ ਆ, ਮੁੜ ਕੇ ਪੈਸਾ ਵੀ ਕਿਤੇ ਹੋਰ ਨਹੀਂ ਦੇਣਾ। ਉਹ ਭਰੋਸਾ ਵੀ ਇੱਕ ਪੈਦਾ ਕਰਨ ਦਾ ਕੁਐਸਚਨ ਹੁੰਦਾ ਨਾ ਸਰਕਾਰਾਂ ਦੇ ਵਿੱਚ, ਉਹ ਭਰੋਸਾ ਟੁੱਟ ਚੁੱਕਿਆ ਅਸਲ ਦੇ ਵਿੱਚ, ਜਿਹਦੇ ਕਰਕੇ ਇਹ ਬਹੁਤ ਬੜਾ ਗੈਪ ਹੈ, ਇੱਕ ਡੈਫੀਸ਼ੀਐਂਸੀ ਹੈ। ਜਿਵੇਂ ਟ੍ਰੈਡੀਸ਼ਨਲ ਪਾਰਟੀਆਂ ਚੋਂ ਬੇਭਰੋਸਗੀ ਪੈਦਾ ਕੀਤੀ ਲੋਕਾਂ ਨੇ, ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੇਤੀਆਂ, ਉਵੇਂ ਸੰਗਰੂਰ ਦੇ ਵਿੱਚ ਹੁਣ ਇੰਨੇ ਚਿਰ 'ਚ ਹੀ ਭਰੋਸਾ ਡੋਲ ਗਿਆ ਲੋਕਾਂ ਦਾ। ਤੇ ਕਿਉਂਕਿ ਵੀ ਜੋ ਤੁਸੀਂ ਕਰ ਰਹੇ ਹੋ ਜਿਹੜੇ ਤਰੀਕੇ ਨਾਲ ਕਰ ਰਹੇ ਹੋ, ਔਰ ਅੱਗੇ ਵੀ ਸਾਰੇ ਸਿਆਸਤਦਾਨਾਂ ਤੇ ਭਰੋਸਾ ਡੋਲਦਾ ਜਾਊਗਾ, ਤਾਂ ਉਹ ਕੋਈ ਵੀ ਸਿਆਸਤਦਾਨ ਇਹ ਅਫੋਰਡ ਨਹੀਂ ਕਰੂਗਾ ਕਿ ਮੈਂ ਹੁਣ ਕੋਈ ਲੰਬੇ ਸਮੇਂ ਦੇ ਵੀ ਕੋਈ ਇਹੋ ਜਿਹੀ ਪੋਲਿਟਿਕਸ ਨਹੀਂ ਆ ਰਹੀ ਸਾਡੇ ਕੋਲ ਵੀ ਐਤਕੀ ਮੈਂ ਚੁਣਿਆ ਜਾਵਾਂ ਨਾ ਚੁਣਿਆ ਜਾਵਾਂ। ਲੋਕਾਂ ਸਾਹਮਣੇ ਨਕਸ਼ਾ ਰੱਖਣਾ ਹੈ, ਅਗਲੇ ਵਾਰ ਆਪ ਹੀ ਦੇਖ ਲੈਣਗੇ, ਜੇਕਰ ਠੀਕ ਲੱਗਿਆ ਉਹਨਾਂ ਨੂੰ ਐਤਕੀ, ਨਹੀਂ ਤਾਂ ਅਗਲੇ ਵਾਰ ਲੋਕਾਂ ਨੂੰ ਦੇਖਣਾ ਹੀ ਪਊਗਾ ਕਿ ਮੈਂ ਠੀਕ ਗੱਲ ਕਰ ਰਿਹਾ। ਉਹਨੇ ਜੋਗਾ ਹਜੇ ਸਾਡੇ ਕੋਲ ਕੋਈ ਸਿਆਸਤਦਾਨ ਤੇ ਪਾਰਟੀ ਹੈ ਨਹੀਂ। ਜੀ, ਸ਼ੁਕਰੀਆ ਅਮੀਤ ਸਿੰਘ ਜੀ, ਧੰਨਵਾਦ ਤੁਹਾਡਾ। ਬਹੁਤ ਬਹੁਤ ਮਿਹਰਬਾਨੀ।